ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ। ਨਵਾਂ ਸ਼ਹਿਰ ਤੋਂ ਬਾਅਦ ਅੰਮ੍ਰਿਤਸਰ 'ਚ ਵੀ ਭਾਰੀ ਮਾਤਰਾ 'ਚ ਵਿਸਫੋਟਕ ਬਰਾਮਦ। ਪੁਲਿਸ ਨੇ ਇਲਾਕੇ 'ਚ ਚਲਾਇਆ ਸਰਚ ਆਪਰੇਸ਼ਨ। पंजाब कांग्रेस ਦੇ ਵਿੱਚ ਟਿਕਟਾਂ ਨੂੰ ਲੈ ਕੇ ਫਸ ਗਿਆ ਪੇਚ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੇ ਸਾਹਮਣੇ ਦਿਗਗਜਾਂ ਦੇ ਵਿਚਾਲੇ ਜੰਮ ਕੇ ਹੋ ਰਹੀ ਤਕਰਾਰ। ਚੰਨੀ ਸਿੱਧੂ ਅਤੇ ਜਾਖੜ ਹੋਏ ਆਮੋ ਸਾਹਮਣੇ। ਨਵਜੋਤ ਸਿੱਧੂ ਤੇ ਭਗਵੰਤ ਮਾਨ ਦਾ ਵੱਡਾ ਬਿਆਨ। ਬੋਲੇ ਹਾਲਾਤ ਦੇਖ ਕੇ ਲੱਗ ਰਿਹਾ ਬਾਗੀ ਹੁੰਦੇ ਜਾ ਰਹੇ ਨੇ ਕਾਂਗਰਸ ਪ੍ਰਧਾਨ। ਕਿਹਾ ਸਿੱਧੂ ਦੇ ਐਲਾਨਾਂ ਦਾ ਪਾਰਟੀ ਦੇ ਅੰਦਰ ਹੀ ਵਿਰੋਧ। ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਮਾਨ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ। ਆਮ ਆਦਮੀ ਪਾਰਟੀ ਦੇ ਵਿੱਚ ਹੋ ਸਕਦੇ ਨੇ ਸ਼ਾਮਿਲ। ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਜੋਗਿੰਦਰ ਮਾਨ। ਸੀਐਮ ਚੰਨੀ ਦੇ ਹਲਕੇ ਚਮਕੌਰ ਸਾਹਿਬ 'ਚ ਕਿਸਾਨਾਂ ਦੇ ਵਿਚਕਾਰ ਪਹੁੰਚੇ ਕੇਜਰੀਵਾਲ। ਰਸਤੇ 'ਚ ਗੱਡੀ ਰੋਕ ਕੇ ਗੱਲਬਾਤ ਕੀਤੀ। ਫਸਲਾਂ ਤੋਂ ਲੈ ਕੇ ਸਿਆਸਤ ਤੱਕ ਹੋਈ ਚਰਚਾ। ਨਨ ਰੇਪ ਕੇਸ ਦੇ ਵਿੱਚ ਬਿਸ਼ਪ ਫ੍ਰੈਂਕੋ ਮੁਲੱਕਲ ਬਰੀ। ਕੇਰਲ ਦੀ ਕੋਇਟਮ ਅਦਾਲਤ ਨੇ ਸੁਣਾਇਆ ਫੈਸਲਾ। ਸ਼ਿਕਾਇਤਕਰਤਾ ਧਿਰ ਨੇ ਹਾਈ ਕੋਰਟ ਜਾਣ ਦੀ ਕਹੀ ਗੱਲ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਲਗਾਤਾਰ ਨਿਊਜ਼ 18 ਪੰਜਾਬ ਦੇ ਉੱਤੇ ਇਲੈਕਸ਼ਨ ਦੀ ਮਹਾ ਕਵਰੇਜ ਲੈ ਕੇ ਅਸੀਂ ਹਾਜ਼ਰ ਹਾਂ। ਪੰਜਾਬ ਦੇ ਵਿੱਚ 1 ਮਹੀਨੇ ਬਾਅਦ ਪੰਜਾਬ ਦੇ ਲੋਕ, ਤੁਸੀਂ ਅਸੀਂ ਸਾਰੇ ਵੋਟ ਕਰਾਂਗੇ ਪੰਜਾਬ ਦੇ 5 ਸਾਲਾਂ ਦੇ ਸੱਤਾ ਦੇ ਲਈ ਕਿ ਕਿਹੜੀ ਪਾਰਟੀ ਬੈਠੇਗੀ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿਆਸਤ ਦੇ ਨਾਲ ਜੁੜੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਸੋ ਨਿਊਜ਼ 18 ਤੇ ਅਸੀਂ ਇਸ ਦਾ ਆਗਾਜ਼ ਕਰ ਦਿੱਤਾ ਹੈ ਅੱਜ, ਔਰ ਲਗਾਤਾਰ 1 ਮਹੀਨਾ ਪਲ ਪਲ ਦੀ ਅਪਡੇਟ ਨਿਊਜ਼ 18 ਤੇ ਅਸੀਂ ਦਰਸ਼ਕਾਂ ਦੇ ਤੱਕ ਪਹੁੰਚਾਵਾਂਗੇ। ਜੋ ਵੀ ਅਪਡੇਟ ਆ ਰਹੀ ਹੈ, ਇੱਕ ਵੱਡੀ ਖਬਰ ਸਕਰੀਨ ਤੇ ਅਸੀਂ ਫਲੈਸ਼ ਕਰਦੇ ਹਾਂ। ਕਾਂਗਰਸ ਪਾਰਟੀ ਨਾਲ ਸੰਬੰਧਿਤ ਵੱਡੀ ਖਬਰ ਹੈ। ਬ੍ਰੇਕਿੰਗ ਨਿਊਜ਼ ਟੀਵੀ ਸਕਰੀਨ ਤੇ ਸਾਹਮਣੇ ਆ ਰਹੀ ਹੈ। ਟਿਕਟਾਂ ਨੂੰ ਲੈ ਕੇ ਪੇਚ ਫਸ ਗਿਆ। ਕਾਂਗਰਸ ਪਾਰਟੀ ਦੇ ਵਿੱਚ ਟਿਕਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕੱਲ ਦੀਆਂ ਇਹ ਚਰਚਾਵਾਂ ਨੇ ਕਿ ਕਿਸੇ ਵੇਲੇ ਵੀ ਕਾਂਗਰਸ ਦੀ ਸੂਚੀ ਜਾਰੀ ਹੋ ਸਕਦੀ ਹੈ, ਪਰ ਪੇਚ ਫਸ ਗਿਆ ਹੈ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੇ ਸਾਹਮਣੇ ਹੀ ਕਾਂਗਰਸ ਦੇ ਦਿੱਗਜ ਉਲਝ ਗਏ ਨੇ। ਟਿਕਟਾਂ ਨੂੰ ਲੈ ਕੇ ਸੋਨੀਆ ਗਾਂਧੀ ਦੇ ਸਾਹਮਣੇ ਕਾਂਗਰਸ ਦੇ ਦਿੱਗਜ ਉਲਝੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਜੰਮ ਕੇ ਤਕਰਾਰ ਹੋਈ ਹੈ। ਜੀ ਬਿਲਕੁਲ, ਜੰਮ ਕੇ ਤਕਰਾਰ ਹੋਈ ਹੈ। ਔਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਸੀ, ਜੋ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਿਹਾ ਸੀ, ਕਾਂਗਰਸੀ ਆਮੋ ਸਾਹਮਣੇ ਸੀ, ਹੁਣ ਉਹ ਦਿੱਲੀ ਦੇ ਦਰਬਾਰ ਦੇ ਵਿੱਚ ਵੀ ਹੋ ਰਿਹਾ ਹੈ। ਸੋਨੀਆ ਗਾਂਧੀ ਦੇ ਸਾਹਮਣੇ ਹੋ ਰਿਹਾ ਹੈ। ਇਹ ਸੂਤਰ ਕਹਿ ਰਹੇ ਨੇ। ਵੱਡੀ ਖਬਰ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਜਦੋਂ ਟਿਕਟਾਂ ਦੀ ਗੱਲ ਹੁੰਦੀ ਹੈ ਕਿ ਟਿਕਟਾਂ ਪੰਜਾਬ ਦੇ ਵਿੱਚ ਕਾਂਗਰਸ ਕਦੋਂ ਅਨਾਉਂਸ ਕਰੇਗੀ, ਤਾਂ ਇਸ ਵਿਚਾਲੇ ਫਿਰ ਸਵਾਲ ਉੱਠਦਾ ਹੈ ਕਿ ਇਹ ਟਿਕਟਾਂ ਦੀ ਅਨਾਉਂਸਮੈਂਟ ਦੇ ਵਿੱਚ ਦੇਰ ਕਿਉਂ ਤੇ ਦੇਰ ਦਾ ਕੀ ਨੁਕਸਾਨ ਹੋ ਸਕਦਾ ਹੈ। ਪਰ ਵੱਡੀ ਖਬਰ ਹੈ, ਜਾਣਕਾਰੀ ਇਹ ਵੀ ਹੈ ਕਿ ਜਿਹੜੀ ਟਿਕਟਾਂ ਦੇ ਮੁੱਦੇ ਨੂੰ ਲੈ ਕੇ ਤਕਰਾਰ ਹੋਈ ਹੈ, ਇਹ ਤਕਰਾਰ ਵੱਡੇ ਆਗੂਆਂ ਦੇ ਵਿਚਾਲੇ ਹੋਈ ਹੈ। ਇਹ ਤਕਰਾਰ ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਚੰਨੀ ਸਿੱਧੂ ਦੇ ਵਿਚਾਲੇ ਹੋਈ ਹੈ। ਇਸ ਤਰੀਕੇ ਨਾਲ ਸਾਡੇ ਸੂਤਰ ਜਾਣਕਾਰੀ ਪਹੁੰਚਾ ਰਹੇ ਨੇ ਕਿ ਟਿਕਟਾਂ ਨੂੰ ਲੈ ਕੇ ਇਹ ਕਿਵੇਂ ਕਲੇਸ਼ ਖਤਮ ਹੋਏਗਾ। ਵੱਡਾ ਸਵਾਲ। ਚੰਨੀ ਸਿੱਧੂ ਤੇ ਸੁਨੀਲ ਜਾਖੜ ਤਿੰਨੇ ਆਮੋ ਸਾਹਮਣੇ ਹੋਏ ਨੇ। ਟਿਕਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ। ਕੱਲ ਸ਼ਾਮ ਨੂੰ ਕਾਂਗਰਸ ਦੀ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਸੀ, ਪਰ ਅੱਜ ਜਦੋਂ ਸੋਨੀਆ ਗਾਂਧੀ ਕਾਂਗਰਸ ਦੇ ਦਿੱਗਜ ਆਗੂਆਂ ਦੇ ਨਾਲ, ਸੀਨੀਅਰ ਨੇਤਾਵਾਂ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਉੱਥੇ ਕਾਂਗਰਸ ਦੇ ਆਗੂ ਆਪਸ ਦੇ ਵਿੱਚ ਉਲਝ ਗਏ। ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ। ਜੀ ਬਿਲਕੁਲ, ਸੁਨੀਲ ਜਾਖੜ, ਚੰਨੀ ਤੇ ਸਿੱਧੂ। ਕਿਉਂਕਿ ਖਾਸ ਇਹ ਹੈ ਕਿ ਜਦੋਂ ਰਣਦੀਪ ਸੁਰਜੇਵਾਲਾ ਦਾ ਜ਼ਿਕਰ, ਮੈਂ ਵਾਰ-ਵਾਰ ਇਸ ਕਰਕੇ ਕਹਿ ਰਿਹਾ, ਇਹ 3 ਨਾਵਾਂ ਦਾ ਹੀ ਜ਼ਿਕਰ ਕੀਤਾ ਰਣਦੀਪ ਸੁਰਜੇਵਾਲਾ ਨੇ ਕਿ 3 ਨਾਮ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਅਸੀਂ ਇਲੈਕਸ਼ਨ ਲੜਾਂਗੇ। ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ, ਉਹਨਾਂ ਦੇ ਵਿੱਚ ਸੁਨੀਲ ਜਾਖੜ ਨੇ। ਟਿਕਟਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਹੀ ਚੀਜ਼ਾਂ ਫਾਈਨਲ ਕੀਤੀਆਂ ਜਾਣੀਆਂ ਨੇ। ਹਾਈ ਕਮਾਨ ਤੱਕ ਆਪਣੀ ਗੱਲ ਲੈ ਕੇ ਜਾਣਗੇ। ਖਾਸ ਇਹ ਹੋ ਜਾਂਦਾ ਹੈ ਕਿ ਜਦੋਂ ਪਾਰਟੀ ਦੇ ਵਿੱਚ ਕੱਦ ਵੱਡਾ ਹੋਵੇ ਤਾਂ ਫਿਰ ਆਪਣੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਟਿਕਟਾਂ ਦਿਵਾਉਣ ਦੀ ਵੀ ਇੱਕ ਰੇਸ ਲੱਗੀ ਹੁੰਦੀ ਹੈ। ਜਾਖੜ ਧੜਾ, ਸਿੱਧੂ ਧੜਾ, ਚੰਨੀ ਧੜਾ ਆਪਣੀਆਂ ਵੱਧ ਟਿਕਟਾਂ ਲੈਣੀਆਂ ਚਾਹੁੰਦਾ ਹੋਏਗਾ ਆਪਣੇ ਸਮਰਥਕਾਂ ਦੇ ਲਈ। ਤਾਂ ਦਿੱਲੀ ਦਾ ਰੁਖ ਕਰ ਲੈਂਦੇ ਆ, ਅਪਡੇਟ ਲੈਂਦੇ ਆ। ਰਵੀ ਸਿਸੋਦੀਆ ਸਾਡੇ ਸਹਿਯੋਗੀ ਜੁੜੇ ਨੇ। ਰਵੀ, ਕੀ ਅਪਡੇਟ ਹੈ? ਸਿੱਧੀਆਂ ਖਬਰਾਂ ਆ ਰਹੀਆਂ ਨੇ ਕਿ ਹੁਣ ਕਾਂਗਰਸ ਦੇ ਸੀਨੀਅਰ ਆਗੂ ਆਪਸ ਚ ਉਲਝ ਰਹੇ ਨੇ ਟਿਕਟਾਂ ਨੂੰ ਲੈ ਕੇ, ਖਾਸ ਕਰ ਚੰਨੀ ਸਿੱਧੂ, ਸੁਨੀਲ जाखड़। बिल्कुल, देखिए कल एक बड़ी बैठक हुई थी कांग्रेस की सीईसी की, और सूत्र ये बता रहे हैं कि उस बैठक के दौरान ही आपस में तकरार देखने को मिली थी। ऐसा बताया जा रहा है कि उस बैठक में सीटों को लेकर भी आपसी तकरार देखने को मिली थी। और जहां तक, जैसा आपने बताया कि मुख्यमंत्री का चेहरा कौन होगा, इसे लेकर पार्टी की तरफ से अभी तक कोई स्थिति क्लियर नहीं की गई है। हर बार पार्टी के मंच से कहा गया है कि नवजोत सिंह सिद्धू हो
चरणजीत सिंह चन्नी हो या सुनील जाखड़ हो, ये तीनों चेहरे होंगे और इन तीनों के चेहरे पे ही सामूहिक नेतृत्व में चुनाव लड़ा जाएगा। जो कल जो बातें निकल के सामने आ रही थी कि करीब 78 सीट ऐसी थी, 78 सीटों को लेकर चर्चा हो रही थी और 5 ऐसे सीट थे जिनको लेकर चर्चा या यूं कहें जिनको लेकर बात नहीं बन पा रही थी। उसे लेकर आज एक बैठक होनी है, जो रिव्यू मीटिंग, जो सोनिया गांधी रिव्यू मीटिंग लेंगी, उस बैठक के बाद ही आज देर रात तक कांग्रेस की एक पहली लिस्ट आ सकती है। जहां तक तकरार की बात है, सूत्र ऐसा बता रहे हैं कि तकरार की जो मुख्य वजह है उसमें पार्टी की तरफ से जो तीनों नेता हैं वो चाहते थे कि पार्टी ये तय कर दे कि आखिर चेहरा कौन हो, क्योंकि सबके अपने अपने बयान आ रहे हैं। जिस तरह से नवजोत सिंह सिद्धू लगातार प्रेस कॉन्फ्रेंस कर रहे हैं और ये जताने या दर्शाने की कोशिश कर रहे हैं कि पार्टी उन्हीं चेहरा बनाएगी। कुछ दिनों पहले चरणजीत सिंह चन्नी ने भी संकेत दिए थे कि वो चेहरा होंगे और उससे पहले अगर आप बात करें सुनील जाखड़ की, तो सुनील जाखड़ ने भी कहा था कि सामूहिक नेतृत्व में चुनाव लड़ा जाए और जब चुनाव के बाद जो नतीजे आएंगे और उसके बाद ही किसी को चेहरा बनाया जाए। तो इस मसले को लेकर तकरार जरूर देखने को मिली थी, लेकिन साथ ही साथ टिकटों को लेकर भी कल खींचतान काफी देखने को मिली थी। सूत्र ऐसा बता रहे हैं कि जो 78 सीटों की बात कल चल रही थी उसमें से 73 सीटों पर लगभग नाम तय हो चुके हैं। 5 सीटों को लेकर जो पेच फंसा हुआ है, उन 5 सीटों को लेकर आज एक रिव्यू मीटिंग होगी और उसका देर रात तक पहली लिस्ट आ सकती है। यह ऐसा बताया जा रहा है कि चरणजीत सिंह चन्नी इस बार 2 विधानसभा सीटों से चुनाव लड़ेंगे। उनके लिए 2 विधानसभा सीटों से चुनाव लड़ने की बात कही जा रही है और साथ ही साथ कुछ ऐसे सांसद भी हैं जिनको इस बार पंजाब में कांग्रेस की तरफ से विधानसभा चुनाव लड़ने के लिए टिकट दिया जाए। जी अहम जानकारी लाजमी तौर ਤੇ ਦਿੱਲੀ ਤੋਂ ਹੈ ਕਿ 2 ਚੀਜ਼ਾਂ, ਇੱਕ ਤਾਂ ਮੁੱਖ ਮੰਤਰੀ ਚੰਨੀ 2 ਸੀਟਾਂ ਤੋਂ ਚੋਣ ਲੜ ਸਕਦੇ ਨੇ। ਦੂਜਾ ਪੁਆਇੰਟ ਕਿ ਇਸ ਵਾਰ ਕਈ ਜਿਹੜੇ ਐਮਪੀਜ਼ ਨੇ ਮੌਜੂਦਾ ਸਮੇਂ 'ਚ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਵਿੱਚ ਨਾਮ ਰਵਨੀਤ ਬਿੱਟੂ ਦਾ ਹੈ, ਵੀ ਹੋ ਸਕਦਾ ਹੈ ਮਨੀਸ਼ ਤਿਵਾੜੀ ਦਾ ਵੀ ਹੋ ਸਕਦਾ ਹੈ, ਮੌਜੂਦਾ ਸਮੇਂ 'ਚ ਪੰਜਾਬ ਤੋਂ ਐਮਪੀ ਨੇ ਤੇ ਇਹਨਾਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ। ਅਸੀਂ ਦਿੱਲੀ ਦਾ ਰੁਖ ਕਰਾਂਗੇ ਪਰ ਇਸ ਵਿਚਾਲੇ ਪੰਕਜ ਕਪਾਹੀ ਵੀ ਸਾਡੇ ਸਹਿਯੋਗੀ ਸਾਡੇ ਨਾਲ ਨੇ। ਪੰਕਜ, ਤਕਰਾਰ ਹੋ ਰਹੀ ਹੈ ਸੋਨੀਆ ਗਾਂਧੀ ਦੇ ਸਾਹਮਣੇ, ਕਾਂਗਰਸ ਦੇ ਪੰਜਾਬ ਦੇ ਦਿੱਗਜ ਭਿੜ ਰਹੇ ਨੇ। ਤੁਹਾਡੇ ਕੋਲ ਕੀ ਕੁਝ ਜਾਣਕਾਰੀ, ਕਿਹੜੀ ਸੀਟ ਜਾਂ ਕਿੰਨੀਆਂ ਸੀਟਾਂ ਨੂੰ ਲੈ ਕੇ ਰੌਲਾ ਹੈ? ਕਿਉਂਕਿ ਇਹ ਤਾਂ ਸਾਫ਼ ਹੈ ਕਿ ਹਰ ਕੋਈ ਚਾਹੁੰਦਾ ਹੋਏਗਾ, ਚਾਹੇ ਸੁਨੀਲ ਜਾਖੜ ਹੋਣ, ਸਿੱਧੂ ਹੋਣ ਜਾਂ ਚੰਨੀ ਹੋਣ, ਕਿ ਸਾਡੇ ਸਮਰਥਕਾਂ ਨੂੰ ਵੱਧ ਤੋਂ ਵੱਧ ਟਿਕਟਾਂ ਮਿਲਣ, ਸਾਡੇ ਧੜੇ ਵਾਲਿਆਂ ਨੂੰ ਟਿਕਟਾਂ ਜ਼ਿਆਦਾ ਮਿਲਣ। ਕੀ ਇਸ ਸਮੇਂ ਤੁਹਾਡੇ ਕੋਲ ਜਾਣਕਾਰੀ ਪੰਕਜ? ਗੌਰਵ, ਤਕਰੀਬਨ 10 ਸੀਟਾਂ ਅਜਿਹੀਆਂ ਨੇ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਅਗਰ ਕਿਸੇ ਵਿਧਾਇਕ ਦੀ ਸਿਟਿੰਗ ਜਿਹੜਾ ਮੌਜੂਦਾ ਵਿਧਾਇਕ ਹੈ ਉਸ ਦੀ ਪਰਫਾਰਮੈਂਸ ਖਰਾਬ ਹੈ ਤਾਂ ਉਸ ਦੀ ਟਿਕਟ ਕੱਟੀ ਜਾਣੀ ਚਾਹੀਦੀ ਹੈ। ਇਸ ਗੱਲ ਨੂੰ ਲੈ ਕੇ ਚਰਚਾ ਹੋਈ ਹੈ ਔਰ ਖਾਸ ਤੌਰ ਤੇ ਕਪੂਰਥਲੇ ਦਾ ਵੀ ਜ਼ਿਕਰ ਹੁੰਦਾ ਹੈ, ਜਲੰਧਰ ਦਾ ਵੀ ਜ਼ਿਕਰ ਹੁੰਦਾ, ਜੋ ਟੌਪ ਸੋਰਸਿਸ ਜਾਣਕਾਰੀ ਦੇ ਰਹੇ ਨੇ। ਔਰ ਇਸ ਦੇ ਨਾਲ ਦੂਜੇ ਪਾਸੇ ਇਹ ਵੀ ਹੈ ਕਿ ਸੀਐਮ ਚਿਹਰਾ ਪਤਾ ਲੱਗੇ ਕਿ ਸੀਐਮ ਚਿਹਰਾ ਕੌਣ ਹੈ, ਇਸ ਮੁਤਲਕ ਵੀ ਚਰਚਾ ਹੋਈ ਔਰ ਇਸੇ ਵਜ੍ਹਾ ਕਰਕੇ ਅੱਜ ਇੱਕ ਵਾਰ ਫਿਰ ਤੋਂ ਰਿਵਿਊ मीटिंग जिहड़ी वो होएगी। तीसरी अहम गल यह है कि अबोहर तो सुनील जाखड़ चोन लड़ सकते ने, यह भी पार्टी जिहड़ी है मन बना रही है कि अबोहर तो सुनील जाखड़ एक बार फिर तुहानूं मैदान दे विच नजर आउणगे। 2017 च असीं देखिया सीगा कि किस तरीके दे नाल 2019 दे विच सुनील जाखड़ सनी दिओल तो जिहड़ी चोन हार गए सीगे गुरदासपुर तो, लेकिन क्योंकि उन्हां दी पुरानी सीट है और पुरानी सीट अबोहर तो तुहानूं एक बार फिर सुनील जाखड़ नजर आ सकदे। और बिक्रम सिंह मजीठिया दे खिलाफ जानकारी ये मिल रही है कि गुरजीत सिंह ओजला नूं चोन लड़वाई जा सकदी है। अमृतसर तो मैंबर पार्लीमेंट ने पार्टी इस ते विचार कर रही है कि वड्डा चेहरा मैदान दे विच उतारिया जावे और गुरजीत सिंह ओजले नूं चोन बिक्रम सिंह मजीठिया दे खिलाफ लड़ाई जावे। ये टॉप सोर्सिस जानकारी दे रहे हैं। इस तो अलावा जसबीर सिंह डिंपा जो खडूर साहब तो मैंबर पार्लीमेंट ने, उन्हां नूं भी चोन लड़वा सकती है पार्टी। इस तरीके दे भी विचार वटांदरा चल रहा। हालांकि रवनीत सिंह बिट्टू ने मना कर दिता है कि वो चाह रहे हैं कि चोन ना लड़ी जाए, वो अपनी लोक सभा ते फोकस जिहड़ा वो रखना चाहते हैं। लेकिन यह भी साफ नहीं है कि रवनीत सिंह बिट्टू जो 2017 च जलालाबाद तो चोन लड़े सीगे कि पार्टी उन्होंने मैदान च उतारेगी या नहीं उतारेगी। तीसरा एक ये भी है गौरव की चौधरी संतोख जलंधर तो मैंबर पार्लीमेंट ने, उन्हां दे बेटे जिहड़े ने ਉਹ ਫਲੋਰ ਤੋਂ ਇੱਕ ਵਾਰ ਫਿਰ ਇਲੈਕਸ਼ਨ ਦੇ ਵਿੱਚ ਤੁਹਾਨੂੰ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜਦੇ ਹੋਏ ਨਜ਼ਰ ਆ ਸਕਦੇ ਨੇ। ਲੇਕਿਨ ਇਸ ਦੇ ਨਾਲ ਟਕਰਾਅ ਕਿਉਂ ਹੋਇਆ, ਰੋਲਾ ਕਿਉਂ ਪਿਆ, ਰੇੜਕਾ ਕਿਉਂ ਪਿਆ ਔਰ ਕੱਲ ਲਿਸਟ ਕਿਉਂ ਨਹੀਂ ਆਈ? क्योंकि कल लगातार उम्मीद जताई जा रही सी कि कल सीसी दी बैठक तो बाद लिस्ट आ जाएगी। लिस्ट ना आने की वजह यह सी कि 5 सीटां अजिहियां सीगियां जिस नूं लैके नवजोत सिंह सिद्धू, चरणजीत सिंह चन्नी और सुनील जाखड़ आमो सामने सीगे, दिग्गज आमो सामने सीगे। चन्नी होरां दा इस गल दा कहना है कि ਜਿਹੜੇ सिटिंग MLA ने अगर उन्हां दी टिकट कट्टी जाती है तो फिर वो कैप्टन अमरिंदर सिंह पाले वाले पासे जा सकते हैं, नुकसान कांग्रेस नूं हो सकता है। तो इस वजह करके एक बार फिर
ਕੋਵਿਡ ਇਸ ਵਾਰ ਇੱਕ ਵਾਰ ਫਿਰ ਰਿਵਿਊ ਦੀ ਮੀਟਿੰਗ ਜਿਹੜੀ ਹੈ ਉਹ ਸੈਂਟਰਲ ਇਲੈਕਸ਼ਨ ਕਮੇਟੀ ਦੀ ਹੋ ਸਕਦੀ ਹੈ ਔਰ ਅੱਜ ਉਸ ਮੀਟਿੰਗ ਤੋਂ ਬਾਅਦ ਦੇਰ ਰਾਤ ਤੱਕ ਲਿਸਟ ਜਿਹੜੀ ਹੈ ਉਹ ਪਹਿਲੀ 78 ਦੇ ਕਰੀਬ ਉਮੀਦਵਾਰਾਂ ਦੀ ਕਾਂਗਰਸ ਵੱਲੋਂ ਜਾਰੀ ਕੀਤੀ ਜਾ ਸਕਦੀ ਹੈ। ਉਸ ਦੇ ਵਿੱਚ ਸੁਖਜਿੰਦਰ ਰੰਧਾਵਾ ਦਾ ਵੀ ਨਾਮ ਹੋਏਗਾ, ਜਿਸ ਸੀਟ ਤੋਂ ਲੜਦੇ ਨੇ ਉੱਥੋਂ ਹੀ ਉਹ ਮਿਲਣਗੇ। ਕੀ ਚਰਨਜੀਤ ਸਿੰਘ ਚੰਨੀ 2 ਸੀਟਾਂ ਤੋਂ ਲੜਨਗੇ ਜਾਂ 1 ਸੀਟ ਤੋਂ ਲੜਨਗੇ? ਚਮਕੌਰ ਸਾਹਿਬ ਤੋਂ ਤਾਂ ਚੋਣ ਲੜ ਹੀ ਰਹੇ ਨੇ। ਨਾਲ ਚਰਚਾ ਇਹ ਹੈ ਕਿ ਦੁਆਬਾ ਦੀ ਆਦਮਪੁਰ ਸੀਟ ਤੇ ਵੀ ਚਰਚਾ ਹੋਈ ਹੈ ਕਿ ਉਹਨਾਂ ਨੂੰ ਉੱਥੋਂ ਲੜਾਇਆ ਜਾਵੇ। ਉੱਥੋਂ ਮਹਿੰਦਰ ਸਿੰਘ ਕੇਪੀ 2017 ਦੇ ਵਿੱਚ ਚੋਣ ਲੜੇ ਸੀਗੇ। ਮਹਿੰਦਰ ਸਿੰਘ ਕੇਪੀ ਨਾਲ ਰਿਸ਼ਤੇਦਾਰੀ ਵੀ ਹੈ ਜਿਹੜੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ, ਔਰ ਮਹਿੰਦਰ ਸਿੰਘ ਕੇਪੀ ਆਪਣੀ ਤਿਆਰੀ ਵੀ ਕਰ ਰਹੇ ਹੈ ਆਦਮਪੁਰ ਤੋਂ। ਲੇਕਿਨ ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਆਦਮਪੁਰ ਤੋਂ ਚਰਨਜੀਤ ਸਿੰਘ ਚੰਨੀ ਦੂਸਰੀ ਸੀਟ ਤੇ ਚੋਣ ਲੜਨਗੇ ਜਾਂ ਨਹੀਂ ਲੜਨਗੇ। ਲੇਕਿਨ ਕੱਲ ਦੀ ਮੀਟਿੰਗ ਦੇ ਵਿੱਚ ਮੰਥਨ ਜ਼ਰੂਰ ਇਸ ਗੱਲ ਨੂੰ ਲੈ ਕੇ ਹੋਇਆ ਵਾ। ਗੌਰਵ, ਅੱਛਾ ਪੰਕਜ, ਇਸ ਦੇ ਵਿੱਚ ਇੱਕ ਚੀਜ਼ ਹੋਰ ਸਮਝਣੀ ਚਾਹਾਂਗੇ। ਜਦੋਂ ਇਹ ਮੀਟਿੰਗ ਸ਼ੁਰੂ ਹੁੰਦੀਆਂ ਨੇ ਵੋਟਾਂ ਨੂੰ ਲੈ ਕੇ, ਚੋਣਾਂ ਨੂੰ ਲੈ ਕੇ ਔਰ ਕੈਂਡੀਡੇਟਸ ਨੂੰ ਫਾਈਨਲ ਕਰਨ ਨੂੰ ਲੈ ਕੇ, ਉਦੋਂ ਕਈ ਦਾਅਵੇ ਕੀਤੇ ਜਾਂਦੇ ਆ ਕਿ ਕਿਸੇ ਦਾ ਹਲਕਾ ਨਹੀਂ ਬਦਲਿਆ ਜਾਊਗਾ, ਕਿਸੇ ਪਰਿਵਾਰ ਨੂੰ 2 ਟਿਕਟਾਂ ਨਹੀਂ ਮਿਲਣਗੀਆਂ। ਤੇ ਹੁਣ ਜਦੋਂ ਤਸਵੀਰ ਸਾਹਮਣੇ ਨਿਕਲ ਕੇ ਆ ਰਹੀ ਹੈ ਫਾਈਨਲ, ਹੁਣ ਕਿਹਾ ਜਾ ਰਿਹਾ ਕਿ ਚੰਨੀ 2 ਸੀਟਾਂ ਤੋਂ ਲੜਨਗੇ ਜਾਂ ਕਿਸੇ ਹੋਰ ਨੂੰ ਵੀ ਵੱਡੇ ਚਿਹਰੇ ਨੂੰ ਲੜਾਇਆ ਜਾ ਸਕਦਾ ਹੈ। ਯਾਨੀ ਪਾਰਟੀਆਂ ਆਪਣੇ ਕੰਫਰਟ ਦੇ ਹਿਸਾਬ ਨਾਲ ਜਿਹੜੇ ਨਿਯਮ ਨੇ ਉਹਨਾਂ ਚਦਲਾ ਬਦਲੀ ਕਰਦੀਆਂ ਰਹਿੰਦੀਆਂ। ਬਿਲਕੁਲ ਬਿਲਕੁਲ, ਕਿਉਂਕਿ ਇਸ ਵੇਲੇ ਕਾਂਗਰਸ ਦੀ ਅਗਰ ਦੇਸ਼ 'ਚ ਵਾਪਸੀ ਕਰਨੀ ਹੈ ਤਾਂ ਪੰਜਾਬ ਇੱਕ ਵੱਡਾ ਰੋਲ ਜਿਹੜਾ ਅਦਾ ਕਰੇਗਾ। ਔਰ ਪੰਜਾਬ 'ਚ ਅਗਰ ਕਾਂਗਰਸ ਨੂੰ ਅਲਵਿਦਾ ਹੋ ਜਾਂਦਾ ਹੈ ਤਾਂ ਫਿਰ ਪੂਰੇ ਦੇਸ਼ 'ਚ ਇੱਕ ਵੱਡਾ ਅਸਰ ਦੇਖਣ ਨੂੰ ਮਿਲੇਗਾ, ਕਿਉਂਕਿ ਪੰਜਾਬ ਹੀ ਇੱਕ ਅਜਿਹੀ ਧਰਤੀ ਹੈ ਜਿੱਥੋਂ ਕਾਂਗਰਸ ਨੂੰ ਬਹੁਤ ਉਮੀਦਾਂ ਨੇ ਔਰ ਵੱਡੇ ਚਿਹਰਿਆਂ ਦੇ ਖਿਲਾਫ ਵੱਡੇ ਚਿਹਰੇ ਮੈਦਾਨ ਦੇ ਵਿੱਚ ਉਤਰਨ। ਇਸ ਤੇ ਮੰਥਨ ਚੱਲ ਰਿਹਾ ਹੈ। ਕੁਲਜੀਤ ਨਾਗਰਾ ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦੇ ਆਏ ਨੇ ਕਿ ਅਗਰ ਕੋਈ ਸੀਐਮ ਦਾ ਦਾਅਵੇਦਾਰ, ਅਗਰ ਕੋਈ ਸੀਐਮ ਬਣਨਾ ਚਾਹੁੰਦਾ ਤਾਂ ਫਿਰ ਉਹ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜੇ, ਉਹ ਭਗਵੰਤ ਮਾਨ ਦੇ ਖਿਲਾਫ ਚੋਣ ਲੜੇ, ਉਹ ਵਿਕਰਮ ਮਜੀਠੀਆ ਦੇ ਖਿਲਾਫ ਚੋਣ ਲੜੇ। ਇਸ ਗੱਲ ਦਾ ਜ਼ਿਕਰ ਕਰ ਦਿੱਤਾ ਗਿਆ। ਦੂਜੇ ਪਾਸੇ ਦਲਿਤ ਵੋਟ ਬੈਂਕ ਨੂੰ ਵੀ ਧਿਆਨ 'ਚ ਰੱਖਣਾ ਹੈ, ਇਸ ਕਰਕੇ ਵੀ ਚਰਚਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਦੂਸਰੀ ਸੀਟ ਤੋਂ ਵੀ ਚੋਣ ਲੜਾਈ ਜਾਵੇ। ਇਸੇ ਵਜ੍ਹਾ ਕਰਕੇ ਅਜੇ ਤੱਕ ਲਿਸਟ ਨਹੀਂ ਆਈ ਹੈ ਔਰ ਇਸੇ ਵਜ੍ਹਾ ਕਰਕੇ ਸਿਸਟਮ ਬਦਲਦਾ ਹੈ, ਕਿਉਂਕਿ ਚੌਧਰੀ ਸੰਤੋਖ ਖੁਦ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਬੇਟੇ ਨੂੰ ਹੁਣ ਫਲੋਰ ਤੋਂ ਇੱਕ ਵਾਰ ਫਿਰ ਤੋਂ ਟਿਕਟ ਮਿਲ ਜਾਏਗੀ। ਉਹਨਾਂ ਦੇ ਇੱਕ ਰਿਸ਼ਤੇਦਾਰ ਕਰਤਾਰਪੁਰ ਤੋਂ ਜਿਹੜੇ ਨੇ ਮੌਜੂਦਾ ਐਮਐਲਏ ਨੇ। ਤਾਂ ਇਹ ਸਾਰਾ ਇਸ ਵੇਲੇ ਮੰਥਨ ਚੱਲ ਰਿਹਾ ਔਰ ਇਸੇ ਵਜ੍ਹਾ ਕਰਕੇ ਦੇਰੀ ਹੋਈ ਹੈ ਔਰ ਇਸੇ ਵਜ੍ਹਾ ਕਰਕੇ ਅੱਜ ਜਿਹੜੀ ਹੈ ਉਹ ਲਿਸਟ ਜਾਰੀ ਹੋ ਸਕਦੀ ਹੈ। ਔਰ ਕੁਲਜੀਤ ਸਿੰਘ ਨਾਗਰਾ, ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਹੀ ਆਏ ਹੋਏ ਆ, ਔਰ ਕੁਲਜੀਤ ਸਿੰਘ ਨਾਗਰਾ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ। ਨਾਗਰਾ ਜੀ, ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਲਾਈਵ ਚੱਲ ਰਿਹਾ ਹੈ। ਇੱਕ ਵਾਰੀ ਦੱਸ ਦਿਓ ਤਿਆਰੀ ਕਿਵੇਂ ਦੀ? 1 ਮਹੀਨਾ ਰਹਿ ਗਿਆ ਔਰ 1 ਮਹੀਨਾ ਬੇहद ਘੱਟ। ਤਿਆਰੀ ਪੂਰੀ ਠੋਕੇ ਹੈ ਔਰ ਵਿਕਾਸ ਦੇ ਨਾਂ ਦੇ ਉੱਤੇ ਜਿਹੜੀ ਸਾਰੀ ਇਲੈਕਸ਼ਨ ਹੈ ਔਰ ਵਿਕਾਸ ਦੇ ਨਾਂ ਦੇ ਉੱਤੇ ਹੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੋਟ ਹੈ। ਟਿਕਟਾਂ ਨੂੰ ਲੈ ਕੇ ਕਾਂਗਰਸ ਵਿਛੜ ਗਈ ਹੈ। ਕੱਲ ਵੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਬੈਠਕ ਹੋਈ, ਕਿਹਾ ਗਿਆ ਕਿ 78 ਸੀਟਾਂ ਤੇ ਚਰਚਾ ਹੋਈ, ਲੇਕਿਨ 73 ਸੀਟਾਂ ਫਾਈਨਲ ਹੋਈਆਂ। 5-6 ਸੀਟਾਂ ਨੂੰ ਲੈ ਕੇ ਆਮੋ ਸਾਹਮਣੇ ਵੀ ਸੀ ਕੁਝ ਲੀਡਰ। ਇਹ ਵੀ ਤਸਵੀਰ ਨਜ਼ਰ ਆਈ ਹੈ। ਡਿਸਕਸ਼ਨ ਤਾਂ ਹਰੇਕ ਥਾਂ ਦੇ ਉੱਤੇ ਬਣਦੀ ਹੋਈ ਹੈ ਨਾ। ਡਿਸਕਸ਼ਨ ਤਾਂ ਕੋਈ ਮਾੜੀ ਗੱਲ ਨਹੀਂ ਹੁੰਦੀ। ਆਪਸ ਦੇ ਵਿੱਚ ਬੈਠ ਕੇ ਪਰਿਵਾਰ 'ਚ ਵੀ ਕਿਤੇ ਵੀ ਡਿਸਕਸ਼ਨ ਤਾਂ ਇੱਕ ਚੰਗਾ ਨਤੀਜਾ ਹੀ ਲੈ ਕੇ ਆਉਂਦੀ ਹੁੰਦੀ। ਦੂਸਰਾ ਇਹ ਵੀ ਹੈ, ਤੁਸੀਂ ਲਗਾਤਾਰ ਮੀਟਿੰਗਾਂ 'ਚ ਜ਼ਿਕਰ ਕਰਦੇ ਹੋ ਕਿ ਅਗਰ ਕੋਈ ਸੀਐਮ ਬਣਨਾ ਚਾਹੁੰਦਾ ਹੈ, ਅਗਰ ਕੋਈ ਜਰਨੈਲ ਦੇ ਖਿਲਾਫ ਜਰਨੈਲ ਉਤਰੇ, ਮਜੀਠੀਆ ਦੇ ਖਿਲਾਫ ਮਜੀਠੀਆ ਵਰਗਾ ਵੱਡਾ ਚਿਹਰਾ ਉਤਰੇ, ਭਗਵੰਤ ਮਾਨ ਖਿਲਾਫ ਕੋਈ ਵੱਡਾ ਚਿਹਰਾ ਮੈਦਾਨ ਦੇ ਵਿੱਚ ਉਤਰੇ, ਸੁਖਬੀਰ ਬਾਦਲ ਖਿਲਾਫ ਕੋਈ ਵੱਡਾ ਚਿਹਰਾ ਉਤਰੇ, ਕਿ ਪਾਰਟੀ ਇਸ ਤੇ ਵੀ ਮੰਥਨ ਕਰ ਰਹੀ ਹੈ? ਕਿਉਂਕਿ ਚਰਚਾ ਇਹ ਵੀ ਚੱਲੀ ਹੈ ਕਿ ਗੁਰਜੀਤ ਔਜਲਾ ਨੂੰ ਅੰਮ੍ਰਿਤਸਰ ਜਿਹੜੇ ਲੋਕ ਸਭਾ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਮਜੀਠੇ ਖਿਲਾਫ ਇਲੈਕਸ਼ਨ ਲੜਿਆ ਜਾ। ਸਾਰੇ ਮੁੱਦਿਆਂ ਦੇ ਉੱਤੇ ਚਰਚਾ ਹੈ, ਸਾਰੇ ਮੁੱਦਿਆਂ ਤੇ ਪਾਰਟੀ ਹਰੇਕ ਮੁੱਦੇ ਦੇ ਉੱਤੇ, ਹਰੇਕ ਪੁਆਇੰਟ ਦੇ ਉੱਤੇ ਚਰਚਾ ਕਰ ਰਹੀ ਹੈ। ਕੁਝ ਐਮਪੀ ਵੀ ਇਸ ਵੇਲੇ ਮੈਦਾਨ ਦੇ ਵਿੱਚ ਉਤਾਰੇ ਜਾ ਸਕਦੇ ਨੇ, ਕੁਝ ਵੀ ਹੋ ਸਕਦਾ। ਕਦੋਂ ਤੱਕ ਲਿਸਟ ਆ ਸਕਦੀ? ਤੁਸੀਂ ਇੱਥੋਂ ਫਤਿਹਗੜ੍ਹ ਸਾਹਿਬ ਤੋਂ ਹੀ ਚੋਣ ਲੜੋਗੇ? ਤੁਸੀਂ ਕਿਸੇ ਵੱਡੇ ਹਲਕੇ 'ਚ ਤਾਂ ਨਹੀਂ ਜਾਓਗੇ? ਤੁਸੀਂ ਭਗਵੰਤ ਮਾਨ, ਸੁਖਬੀਰ ਬਾਦਲ ਖਿਲਾਫ ਚੋਣ ਤਾਂ ਨਹੀਂ ਲੜੋਗੇ? ਜੋ ਪਾਰਟੀ ਫੈਸਲਾ ਕਰ ਦੂਗੀ। ਮੈਂ ਪਾਰਟੀ ਦੇ ਸਾਹਮਣੇ ਆਪਣੇ ਆਪ ਨੂੰ ਹਰੇਕ ਤਰੀਕੇ ਨਾਲ ਰੱਖ ਦਿੱਤਾ ਆ। ਪਾਰਟੀ ਚਾਹੇ ਫਤਿਹਗੜ੍ਹ ਸਾਹਿਬ ਤੋਂ ਵੀ ਕਿਸੇ ਹੋਰ ਨੂੰ ਲੜਾ ਸਕਦੀ ਹੈ, ਕਿਉਂਕਿ ਮੈਂ ਪਾਰਟੀ ਦੇ ਨਾਲ ਹੈ। ਮੈਂ ਕਦੀ ਵੀ, ਮੈਂ ਆਰਗੇਨਾਈਜੇਸ਼ਨ ਦਾ ਵਿਅਕਤੀ ਹਾਂ, ਮੈਂ ਕਦੀ ਕੋਈ ਆਪਣੇ ਹਿੱਤ ਨਹੀਂ ਵੇਖੇ, ਹਮੇਸ਼ਾ ਪਾਰਟੀ ਦੇ ਹਿੱਤ। ਤੁਸੀਂ ਇੱਕ ਮੀਟਿੰਗ 'ਚ ਕਿਹਾ ਸੀਗਾ ਕਿ ਕੀ ਗੱਲ ਹੋ ਗਈ ਸੀ, ਉਹ ਕਲੀਅਰ ਕਰੋਗੇ ਕਿ ਵੱਡੇ ਚਿਹਰਿਆਂ ਦੇ ਖਿਲਾਫ ਉਤਰਨ ਅਗਰ ਕੋਈ ਸੀਐਮ ਬਣਨਾ ਚਾਹੁੰਦਾ ਹੈ? ਮੈਂ ਇਹ ਕਿਹਾ ਸੀਗਾ ਕਿ ਹਮੇਸ਼ਾ ਜਰਨੈਲਾਂ ਦੇ ਖਿਲਾਫ ਲੜਦੇ ਆ। ਇਹ ਲੜਾਈ ਦਾ ਜਿਹੜਾ ਹੈਗਾ ਆ ਉਹ ਅਸੂਲ ਹੀ ਇਹ ਹੁੰਦਾ ਆ। ਸੋ ਇਸ ਕਰਕੇ ਜਦੋਂ ਵੀ ਲੜਾਈ ਜਰਨੈਲ ਤੇ ਜਰਨੈਲ ਦੇ ਵਿੱਚ ਹੋਊਗੀ,
ਉਹਦੇ ਵਿੱਚ ਉਹ ਜਿਹੜਾ ਹੈਗਾ ਆ ਉਹ ਲੜਾਈ ਜਿਹੜੀ ਹੈ ਉਹ ਇੰਟਰਸਟਿੰਗ ਵੀ ਹੁੰਦੀ ਹੈ ਔਰ ਫੈਸਲਾਕੁੰਨ ਵੀ ਹੁੰਦੀ ਹੈ। ਚਰਚਾ ਵੀ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਤਾਂ ਲੜ ਹੀ ਰਹੇ ਆ, ਆਦਮਪੁਰ ਤੇ ਵੀ ਚਰਚਾ ਚੱਲ ਰਹੀ ਹੈ 2 ਸੀਟਾਂ ਤੇ। ਦੁਆਬਾ ਵਿੱਚ ਦਲਿਤ ਵੋਟ ਬੈਂਕ ਹੈ, ਉਸ ਨੂੰ ਵੀ ਧਿਆਨ 'ਚ ਰੱਖਿਆ ਜਾ ਰਿਹਾ ਔਰ ਚਰਨਜੀਤ ਸਿੰਘ ਚੰਨੀ 2 ਸੀਟਾਂ ਤੇ ਵੀ ਚੋਣ ਲੜ ਸਕਦੇ ਆ। ਦੇਖੋ ਪੰਕਜ, ਪਾਰਟੀ ਨੇ ਜੋ ਵੀ ਫੈਸਲਾ ਕਰਨਾ ਉਹ ਮੰਥਨ ਤੋਂ ਬਾਅਦ ਕਰਨਾ ਹੈ। ਜੋ ਪਾਰਟੀ ਫੈਸਲਾ ਕਰ ਦੂਗੀ, ਪਿਛਲੀ ਵਾਰੀ ਵੀ ਬੜੇ ਫੈਸਲੇ ਇਹੋ ਜਿਹੇ ਸੀਗੇ ਜਿਹੜੇ ਤੁਹਾਡੇ ਵਾਸਤੇ ਬੜੇ ਹੈਰਾਨੀ ਵਾਲੇ ਸੀ। ਕਿਉਂਕਿ ਤੁਸੀਂ ਐਕਟਿੰਗ ਪ੍ਰੈਜ਼ੀਡੈਂਟ ਹੋ, ਤੁਸੀਂ ਵੀ ਉਹਨਾਂ ਬੈਠਕਾਂ 'ਚ ਬਹਿੰਦੇ ਹੋ। ਕਹਿੰਦੇ ਕੱਲ ਦੀ ਜਿਹੜੀ ਬੈਠਕ ਸੋਨੀਆ ਗਾਂਧੀ ਦੇ ਨਾਲ ਹੋਈ ਸੀ ਉਸ ਦੇ ਵਿੱਚ ਕੁਝ ਗਰਮਾ ਗਰਮੀ ਦੇਖਣ ਨੂੰ 5-6 ਸੀਟਾਂ ਨੂੰ ਲੈ ਕੇ ਮਿਲੀ ਸੀਗੀ ਕੁਝ ਲੀਡਰਾਂ ਦੇ ਵਿਚਾਲੇ। ਕੁਝ ਇਹੋ ਜਿਹਾ ਨਹੀਂ ਹੋਇਆ ਔਰ ਜਦੋਂ ਵੀ ਅਸੀਂ ਡਿਸਕਸ਼ਨ 'ਚ ਬੈਠਦੇ ਆ ਆਪਣੇ ਵਿਊਜ਼ ਦੇਣੇ, ਹਰ ਇੱਕ ਬੰਦੇ ਦਾ ਆਪਣਾ ਅਧਿਕਾਰ ਹੁੰਦਾ ਆ ਔਰ ਮੀਟਿੰਗਾਂ ਹੀ ਵਿਊਜ਼ ਲੈਣ ਲਈ ਰੱਖੀਆਂ ਜਾਂਦੀਆਂ ਨੇ। ਕੀ ਸਾਰੇ ਸਿਟਿੰਗ ਐਮਐਲਏਆਂ ਨੂੰ ਮਿਲੇਗੀ ਜਾਂ ਕੁਝ ਸਿਟਿੰਗ ਐਮਐਲਏ ਕੱਟੀ ਵੀ ਜਾ ਸਕਦੀ? ਜਿਵੇਂ ਮੋਗੇ ਤੋਂ ਹੁਣ ਸੋਨੂ ਸੂਦ ਦੀ ਭੈਣ ਇਲੈਕਸ਼ਨ ਲੜਾਇਆ ਜਾ ਰਿਹਾ, ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਕੱਟੀ ਗਈ, ਕੁਝ ਹੋਰ ਵਿਧਾਇਕ ਕਹਿੰਦੇ ਕਿ 8-10 ਵਿਧਾਇਕ ਨੇ ਜਿਨ੍ਹਾਂ ਦੀ ਪਰਫਾਰਮੈਂਸ ਖਰਾਬ ਹੈ, ਉਹਨਾਂ ਦੇ ਉੱਤੇ ਮੰਥਨ ਕੀਤਾ ਜਾ ਰਿਹਾ ਕਿ ਟਿਕਟ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਦੇਖੋ ਗੱਲ ਇਹ ਹੈ, ਪਾਰਟੀ ਹਮੇਸ਼ਾ ਚੋਣ ਨੂੰ ਮੁੱਖ ਰੱਖ ਕੇ ਫੈਸਲੇ ਕਰਦੀ ਹੈ ਔਰ ਚੋਣ ਨੂੰ ਮੁੱਖ ਰੱਖ ਕੇ ਜਦੋਂ ਪਾਰਟੀ ਫੈਸਲੇ ਕਰਦੀ ਹੈ ਉਹਦੇ ਵਿੱਚ ਚਾਹੇ ਕੁਲਜੀਤ ਸਿੰਘ ਨਾਗਰਾ ਹੋਵੇ ਤੇ ਚਾਹੇ ਕੋਈ ਹੋਰ ਹੋਵੇ, ਜੇ ਉਹਦੇ ਵਿੱਚ ਉਹ ਫਿੱਟ ਨਹੀਂ ਬੈਠਦਾ ਤੇ ਪਾਰਟੀ ਨੂੰ ਕਿੰਨੇ ਐਮਐਲਏ ਹੋ ਸਕਦੇ ਆ ਜਿਹੜੇ ਫਿੱਟ ਨਹੀਂ ਬੈਠ ਸਕਦੇ? ਇਹ ਪਾਰਟੀ ਅਗੇ ਇਹ ਇੰਟਰਨਲ ਗੱਲ ਹੈਗੀ ਆ ਪੰਕਜ ਜੀ। ਹੁਣ ਇਹ ਤਾਂ ਤੁਸੀਂ ਘੱਟੋ ਘੱਟ ਇੰਨੀ ਕਿ ਤਾਂ ਮੈਨੂੰ ਆਪਣੀ ਪਾਰਟੀ ਦੀ ਮਰਿਆਦਾ ਰੱਖਣ ਦਿਓ ਨਾ। ਦੂਸਰਾ ਵੀ ਇਹ ਮਜੀਠੀਆ ਦੇ ਖਿਲਾਫ, ਸੁਖਬੀਰ ਬਾਦਲ ਦੇ ਖਿਲਾਫ ਵੱਡੇ ਚਿਹਰੇ ਉਤਾਰੇ ਜਾਣਗੇ, 2-3 ਐਮਪੀ ਉਤਾਰੇ ਜਾ ਰਹੇ ਨੇ। ਮੈਂ ਤੁਹਾਨੂੰ ਕਿਹਾ ਵੀ ਪਾਰਟੀ ਚੋਣ ਮੁਹਿੰਮ ਨੂੰ ਔਰ ਆਉਣ ਵਾਲੀਆਂ ਚੋਣਾਂ ਨੂੰ ਜਿੱਤਣ ਦੇ ਮੱਦੇਨਜ਼ਰ ਕੋਈ ਵੀ ਫੈਸਲਾ ਲੈ ਸਕਦੀ ਹੈ। ਇੱਕ ਲਗਾਤਾਰ ਚਰਚਾਵਾਂ ਨੇ ਕਿ ਸੀਐਮ ਚਿਹਰੇ ਤੋਂ ਨਾਲ ਜਾਣਾ ਹੈ, ਬਿਨਾਂ ਸੀਐਮ ਚਿਹਰੇ ਤੋਂ ਜਾਣਾ ਹੈ। ਸੀਐਮ ਚਿਹਰਾ ਨਵਜੋਤ ਸਿੱਧੂ ਹੋਣਗੇ, ਸੀਐਮ ਚਿਹਰਾ ਚਰਨਜੀਤ ਸਿੰਘ ਚੰਨੀ ਹੋਣਗੇ, ਸੀਐਮ ਚਿਹਰਾ ਕੁਲਜੀਤ ਨਾਗਰਾ ਹੋਣਗੇ। ਕੌਣ ਹੋਏਗਾ ਸੀਐਮ ਚਿਹਰਾ ਜਾਂ ਬਿਨਾਂ ਸੀਐਮ ਚਿਹਰੇ ਤੋਂ ਜਾਣਾ? ਇਹ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ। ਤੁਹਾਨੂੰ ਕੀ ਲੱਗਦਾ? ਤੁਹਾਡਾ ਇੱਕ ਲੰਬਾ ਤਜਰਬਾ ਹੈ, ਤੁਸੀਂ ਸਟੂਡੈਂਟ ਪੋਲਿਟਿਕਸ ਤੋਂ ਆਏ ਹੋ, ਤੁਹਾਨੂੰ ਲੱਗਦਾ ਸੀਐਮ ਚਿਹਰੇ ਨਾਲ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ? ਮੈਂ ਹਮੇਸ਼ਾ ਪਾਰਟੀ ਦੇ ਫੈਸਲੇ ਨਾਲ ਜਾਣਾ ਹੁੰਦਾ ਔਰ ਪਾਰਟੀ ਦਾ ਫੈਸਲਾ ਜਿਹੜਾ ਹੈਗਾ ਪਾਰਟੀ ਹਾਈ ਕਮਾਂਡ ਲੈਂਦੀ ਹੈ। ਤੁਹਾਡੀ ਇਸ ਹਲਕੇ 'ਚ ਇਸ ਵੇਲੇ ਕਿਸ ਤਰੀਕੇ ਦੇ ਨਾਲ ਲੱਗ ਰਿਹਾ? ਕਿਉਂਕਿ ਮੁਕਾਬਲਾ ਇਸ ਵਾਰ ਕਿਸਾਨ ਵੀ ਖੜੇ ਹੋ ਰਹੇ ਆ, ਇਸ ਵਾਰ ਬੀਜੇਪੀ ਵੀ ਇਕੱਲੀ ਖੜੀ ਹੋ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਨਾਲ ਚਲੇ ਗਏ। ਤੁਹਾਨੂੰ ਇਸ ਵਾਰੀ ਤੁਹਾਡੇ ਹਲਕੇ 'ਚ ਕਿਸ ਤਰੀਕੇ ਨਾਲ ਲੱਗ ਰਿਹਾ? ਦੇਖੋ, ਮੈਨੂੰ ਇਸ ਹਲਕੇ ਨੇ 2 ਵਾਰ ਐਮਐਲਏ ਬਣਾਇਆ ਆ। ਮੈਂ ਧੰਨਵਾਦ ਕਰਦਾ ਆ ਇਹ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਦੇ ਇਹਨਾਂ ਲੋਕਾਂ ਦਾ ਔਰ ਮੇਰਾ ਸਿਰਫ ਇੱਕੋ ਹੀ ਲੋਕਾਂ ਨੂੰ ਬੇਨਤੀ ਹੈ, ਜੇ ਹਲਕੇ ਦਾ ਵਿਕਾਸ ਹੋਇਆ ਤਾਂ ਉਹ ਵਿਕਾਸ ਨੂੰ ਵੋਟ ਪਾਉਣਾ। ਜੇ ਹਲਕੇ ਦਾ ਵਿਕਾਸ ਨਹੀਂ ਹੋਇਆ ਤਾਂ ਕੁਲਜੀਤ ਸਿੰਘ ਨਾਗਰਾ ਵੋਟ ਲੈਣ ਦਾ ਹੱਕਦਾਰ ਨਹੀਂ ਹੈਗਾ। ਸਿਰਫ ਇੱਕ ਗੱਲ। ਔਰ ਦੂਸਰਾ, ਇਮਾਨਦਾਰੀ ਦੇ ਉੱਤੇ ਸਿਆਸਤ ਕਰਨ ਵਾਲੇ ਸਾਫ਼ ਸੁਥਰੀ ਛਵੀ ਵਾਲੇ ਲੀਡਰਾਂ ਨੂੰ ਚੁਣਨਾ ਚਾਹੀਦਾ ਹੈ। ਦੂਸਰਾ, ਇੱਕ ਅੱਜਕੱਲ ਪੰਜਾਬ ਮਾਡਲ, ਦਿੱਲੀ ਮਾਡਲ, ਸਿੱਧੂ ਮਾਡਲ, ਬੜੀ ਮਾਡਲਾਂ ਦੀ ਚਰਚਾ ਹੋ ਰਹੀ ਹੈ। ਮੈਨੀਫੈਸਟੋ ਦੇ ਵਿੱਚ ਕਾਂਗਰਸ ਦੇ ਸਿੱਧੂ ਮਾਡਲ ਹੋਏਗਾ, ਪੰਜਾਬ ਮਾਡਲ ਹੋਏਗਾ, ਆਪਣਾ ਮੈਨੀਫੈਸਟੋ ਹੋਏਗਾ, ਕੀ ਕੁਝ ਜਿਹੜਾ ਮਾਡਲ ਦੇ ਵਿੱਚ ਹੋਏਗਾ? ਮੈਂ ਤਾਂ ਇਹ ਕਹਿ ਰਿਹਾ ਆ ਦਿੱਲੀ ਵਾਲਿਆਂ ਨੂੰ ਵੀ ਤੇ ਪੰਜਾਬ ਵਾਲਿਆਂ ਨੂੰ, ਫਤਿਹਗੜ੍ਹ ਸਾਹਿਬ ਦਾ ਮਾਡਲ ਆ ਕੇ ਦੇਖੋ ਵਿਕਾਸ ਦਾ। ਤੁਸੀਂ ਕਹਿ ਰਹੇ ਹੋ ਨਾਗਰਾ ਮਾਡਲ ਹੋਣਾ ਚਾਹੀਦਾ? ਫਤਿਹਗੜ੍ਹ ਸਾਹਿਬ ਦਾ ਮਾਡਲ, ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੇ ਵਿਕਾਸ ਦਾ ਮਾਡਲ ਆ ਕੇ ਦੇਖੋ, ਪੰਜਾਬ ਵਾਲੇ ਵੀ ਤੇ ਦਿੱਲੀ ਵਾਲੇ ਵੀ। ਮੈਂ ਉਹਨਾਂ ਨੂੰ ਕਹਿ ਰਿਹਾ, ਜੇ ਮਾਡਲ ਇਹ ਪਸੰਦ ਆਵੇ ਤੇ ਇਹੀ ਮਾਡਲ ਲਾਓ। ਪਿਛਲੀ ਵਾਰ ਕੈਪਟਨ ਦੇ ਚਿਹਰੇ ਨੂੰ ਹਰ ਘਰ ਕੈਪਟਨ ਚਾਹੁੰਦਾ ਹੈ, ਕੈਪਟਨ ਕਾਫੀ ਵਿਦ ਕੈਪਟਨ। ਇਸ ਵਾਰ ਉਹ ਤਸਵੀਰਾਂ ਨਜ਼ਰ ਨਹੀਂ ਆ ਰਹੀਆਂ। ਇਸ ਵਾਰ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਟਸਲਬਾਜੀ ਨਜ਼ਰ ਆਈ ਹੈ, ਸਿੱਧੂ ਚੰਨੀ, ਜਾਖੜ ਚੰਨੀ, ਉਹ ਭਗਵੰਤ ਮਾਨ ਵਰਗੇ ਵੀ ਮਜ਼ਾਕ ਉਡਾ ਰਹੇ। ਨੁਕਸਾਨ ਹੋਏਗਾ ਪਾਰਟੀ ਨੂੰ? ਦੇਖੋ, ਗੱਲ ਇਹ ਹੈ, ਜਦੋਂ ਵੀ ਇਹ ਚੋਣਾਂ ਹੁੰਦੀਆਂ ਨੇ ਜਾਂ ਪਾਰਟੀਆਂ ਚੱਲਦੀਆਂ ਨੇ ਜਾਂ ਸਾਰਾ ਕੁਝ ਹੁੰਦਾ ਆ ਤਾਂ ਉਹ ਜਿਹੜਾ ਆ ਉੱਥੇ ਸਾਰੇ ਤਰ੍ਹਾਂ ਦੇ ਮੰਥਨ ਹੁੰਦੇ ਨੇ, ਸਾਰੇ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਕੁਝ ਚੀਜ਼ਾਂ ਚੰਗੀਆਂ ਵੀ ਹੁੰਦੀਆਂ ਨੇ, ਕੁਝ ਚੀਜ਼ਾਂ ਮਾੜੀਆਂ ਵੀ ਹੁੰਦੀਆਂ ਨੇ। ਸੋ ਇਸ ਕਰਕੇ ਇਸ ਵਾਰੀ ਦੀ ਇਲੈਕਸ਼ਨ ਜਿਹੜੀ ਹੈਗੀ ਆ ਉਹ ਅਲੱਗ ਤਰ੍ਹਾਂ ਦੀ ਹੋਊਗੀ। ਇਸ ਵਾਰ ਮੁਕਾਬਲਾ ਕਿਸ ਨਾਲ ਲੱਗ ਰਿਹਾ ਔਰ ਕੋਈ ਮਾਰਜਨ ਲੈ ਕੇ ਚੱਲ ਰਹੀ ਹੈ ਕਿ ਇੰਨੀਆਂ ਸੀਟਾਂ ਦੇ ਉੱਤੇ ਕਾਂਗਰਸ ਜਿਹੜੀ ਉਹ ਚੋਣ ਜਿੱਤ ਸਕਦੀ ਹੈ? ਦੇਖੋ, ਝੂਠ ਬੋਲਣ ਵਾਲਿਆਂ ਨਾਲ ਤਾਂ ਕੋਈ ਮੁਕਾਬਲਾ ਨਹੀਂ ਹੁੰਦਾ। ਜਿਨ੍ਹਾਂ ਨੇ ਲਿਫਾਫੇ ਦੀਆਂ ਗੱਲਾਂ ਕਰਨੀਆਂ ਨੇ, ਜਿਨ੍ਹਾਂ ਨੇ ਕੁਝ ਵੀ ਨਹੀਂ ਆਪਣਾ ਦੱਸਣਾ ਔਰ ਲਿਫਾਫੇਬਾਜ਼ੀ ਦੀਆਂ ਗੱਲਾਂ ਦੇ ਨਾਲ ਮੁਕਾਬਲਾ ਕਾਹਦਾ ਹੁੰਦਾ ਹੈ? ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਘਾਣ ਕੀਤਾ, ਨੁਕਸਾਨ ਕੀਤਾ, ਉਹਨਾਂ ਨਾਲ ਮੁਕਾਬਲਾ ਕੀ ਹੋ ਸਕਦਾ ਆ? ਸਾਡਾ ਮੁਕਾਬਲਾ ਅਸੀਂ ਪੰਜਾਬੀਅਤ ਦੀ ਲੜਾਈ ਲੜਦੇ ਹਾਂ, ਅਸੀਂ ਪੰਜਾਬੀ ਦੀ ਲੜਾਈ ਲੜਦੇ ਹਾਂ। ਅਸੀਂ ਆਪਣੇ ਪੰਜਾਬ ਦੀ ਜਿਹੜੀ ਇਹ
ਸਾਡੀ ਭੂਮੀ ਹੈ ਇਹਦੀ ਲੜਾਈ ਲੜਦੇ ਆ, ਆਪਣੇ ਵਿਰਾਸਤ ਦੀ ਲੜਾਈ ਲੜਦੇ ਆ। ਕੀ ਸਾਨੂੰ ਕੋਈ ਸਾਡੇ ਪੰਜਾਬੀਅਤ ਤੋਂ ਬਾਹਰ ਵਾਲਾ ਵਿਅਕਤੀ ਸਾਨੂੰ ਲੜਾਈ ਲੜਨੀ ਦੱਸੂਗਾ? ਕੀ ਅੱਜ ਪੰਜਾਬੀਅਤ ਜਿਹੜੀ ਹੈ ਇੰਨੀ ਜ਼ਿਆਦਾ ਥੱਲੇ ਚਲੇ ਗਈ ਹੈ, ਜਿਹਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ 90% ਤੋਂ ਵੱਧ ਸ਼ਹਾਦਤਾਂ ਦਿੱਤੀਆਂ ਹੋਣ, ਜਿਨੇ ਦੇਸ਼ ਦੇ ਪੁਨਰਗਠਨ ਦੇ ਵਿੱਚ ਮਤਲਬ 70% ਤੋਂ ਉੱਤੇ ਦਾ ਹਿੱਸਾ ਪਾਇਆ ਹੋਵੇ, ਜਿਨੇ ਦੇਸ਼ ਦੀਆਂ ਸਰਹੱਦਾਂ ਦੇ ਵਿੱਚ ਪਾਕਿਸਤਾਨ ਦੇ ਫੌਜੀਆਂ ਨੂੰ ਮਤਲਬ ਆਪਣੇ ਸਾਹਮਣੇ ਮਤਲਬ ਬੈਠਣ ਨੂੰ ਮਜਬੂਰ ਕੀਤਾ ਹੋਵੇ, ਜਿਸਨੇ ਐਗਰੀਕਲਚਰ ਦੇ ਵਿੱਚ ਦੇਸ਼ ਦੇ ਅਨਾਜ ਦੇ ਭੰਡਾਰ ਨੂੰ ਭਰਿਆ ਹੋਵੇ, ਜਿਸਨੇ ਦੇਸ਼ ਦਾ ਪ੍ਰਧਾਨ ਮੰਤਰੀ ਦਿੱਤਾ ਹੋਵੇ, ਦੇਸ਼ ਦਾ ਰਾਸ਼ਟਰਪਤੀ ਦਿੱਤਾ ਹੋਵੇ, ਤੇ ਅੱਜ ਉਹ ਦਿੱਲੀ ਤੋਂ ਸਿੱਖੂਗਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿਵੇਂ ਕੰਮ ਹੋਣੇ ਨੇ। ਠੀਕ ਹੈ, ਤਾਂ ਕੁਲਜੀਤ ਸਿੰਘ ਨਾਗਰਾ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਜਿਹੜੇ ਪੰਜਾਬ ਮਾਡਲ ਦਾ ਜ਼ਿਕਰ ਕਰ ਰਹੇ ਹੈ, ਦਿੱਲੀ ਮਾਡਲ ਦਾ ਜ਼ਿਕਰ ਕਰ ਰਹੇ, ਉਹਨਾਂ ਨੂੰ ਫਤਿਹਗੜ੍ਹ ਮਾਡਲ ਦੇਖਣਾ ਚਾਹੀਦਾ। ਔਰ ਨਾਲ ਹੀ ਨਾਲ ਜਿਹੜੇ ਉਹਨਾਂ ਨੇ ਕਿਹਾ ਕਈ ਸਾਰੇ ਫੈਸਲੇ ਹੈਰਾਨ ਕਰਨ ਵਾਲੇ ਹੋਣਗੇ, ਬਹੁਤ ਸਾਰੇ ਫੈਸਲੇ ਹੈਰਾਨ ਕਰਨ ਵਾਲੇ ਹੋਣਗੇ, ਵੱਡੇ ਚਿਹਰੇ ਵੀ ਮੈਦਾਨ ਦੇ ਵਿੱਚ ਉਤਾਰੇ ਜਾ ਸਕਦੇ ਆ। ਔਰ ਸੀਐਮ ਚਿਹਰੇ ਨੂੰ ਵੀ ਲੈ ਕੇ ਕਹਿ ਰਹੇ ਨੇ ਕਿ ਜਿਹੜੀ ਪਾਰਟੀ ਤੈਅ ਕਰੇਗੀ ਕਿ ਕਿਸ ਦੇ ਨਾਲ ਜਾਣਾ ਹੈ, ਕਿਸ ਦੇ ਨਾਲ ਨਹੀਂ ਜਾਣਾ, ਉਹ ਪਾਰਟੀ ਦੇ ਹਰ ਫੈਸਲੇ ਦੇ ਨਾਲ ਖੜੇ ਨੇ। ਗੌਰਵ, ਬਿਲਕੁਲ ਲਾਜ਼ਮੀ ਤੌਰ ਤੇ, ਕਿਉਂਕਿ ਪੋਲੀਟੀਕਲ ਪਾਰਟੀਆਂ ਪੰਗਾ ਜਿਸ ਤਰੀਕੇ ਨਾਲ ਹੀ ਰਿਐਕਟ ਕਰਦੀਆਂ ਨੇ, ਖਾਸ ਤੌਰ ਤੇ ਜਿਹੜੇ ਸੀਨੀਅਰ ਲੀਡਰ ਨੇ ਕਿ ਬਸ ਪਾਰਟੀ ਜੋ ਕਹੇਗੀ ਉਹੀ ਹੋਏਗਾ, ਪਰ ਕੀ ਬਾਕੀ ਇਸ ਤਰੀਕੇ ਨਾਲ ਹੁੰਦਾ। ਸ਼ੁਕਰੀਆ ਪੰਕਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਖਾਸ ਇਹ ਹੈ ਕਿ ਮੈਂ ਫਤਿਹਗੜ੍ਹ ਸਾਹਿਬ ਦੀ ਸੀਟ ਦਾ ਜ਼ਿਕਰ ਜ਼ਰੂਰ ਕਰੂੰਗਾ ਵਿਜੇ, ਕਿਉਂਕਿ ਫਤਿਹਗੜ੍ਹ ਸਾਹਿਬ ਹਲਕਾ ਮੇਰਾ ਗੁਆਂਢੀ ਹਲਕਾ ਹੈ। ਬਿਲਕੁਲ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਵਾਰ ਇੰਟਰਸਟਿੰਗ ਇਸ ਕਰਕੇ ਵੀ ਚੋਣਾਂ, ਇੱਕ ਪਾਸੇ ਕੁਲਜੀਤ ਨਾਗਰਾ ਨੇ, ਆਮ ਆਦਮੀ ਪਾਰਟੀ ਦੇ ਲਖਬੀਰ ਰਾਏ ਨੇ, ਉਸ ਤੋਂ ਬਾਅਦ ਜਿਹੜੇ ਦਿਦਾਰ ਸਿੰਘ ਭੱਟੀ ਉੱਥੇ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤ ਚੁੱਕੇ ਨੇ 2 ਵਾਰ, ਉਹ ਇਸ ਵਾਰ ਬੀਜੇਪੀ 'ਚ ਸ਼ਾਮਲ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ। ਉੱਥੇ ਜਗਦੀਪ ਚੀਮਾ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾ ਦਿੱਤਾ, ਐਲਾਨ ਦਿੱਤਾ। ਤਾਂ ਫਤਿਹਗੜ੍ਹ ਸਾਹਿਬ ਦੀ ਸੀਟ ਵੀ ਬਹੁਤ ਇੰਟਰਸਟਿੰਗ ਇਸ ਵਾਰੀ ਲਾਜ਼ਮੀ ਤੌਰ ਤੇ ਹੋਏਗੀ, ਕਿਉਂਕਿ ਜਦੋਂ ਕਈ ਕੋਣਾਂ ਦਾ ਮੁਕਾਬਲਾ ਹੋ ਜਾਏ, ਆਪਾਂ ਕਹੀਏ ਕਿ 5 ਕੋਣਾਂ ਦਾ ਮੁਕਾਬਲਾ ਹੋ ਗਿਆ, ਤਾਂ ਫਿਰ ਕਿਸੇ ਥਾਂ ਤੇ ਕੋਈ ਵੋਟ ਨਾਗਰਾ ਲਈ ਰਸਤਾ ਇੰਨਾ ਸੌਖਾ ਨਹੀਂ ਲੱਗਦਾ। ਬਿਲਕੁਲ ਕਿਸੇ ਲਈ ਸੌਖਾ ਨਹੀਂ ਲੱਗ ਰਿਹਾ। ਕੋਈ ਵੀ ਸੀਟ ਹੋਵੇ, ਬਹੁਤ ਕੋਈ ਹਾਈ ਪ੍ਰੋਫਾਈਲ ਉਮੀਦਵਾਰ ਹੋਵੇ, ਉਹ ਆਸਾਨੀ ਦੇ ਨਾਲ ਜਿੱਤ ਜਾਵੇ ਤਾਂ ਸ਼ਾਇਦ, ਪਰ ਲੱਗ ਰਿਹਾ ਕਿ ਜਿਹੜੀ ਇਸ ਵਾਰ ਇਲੈਕਸ਼ਨ ਦੇ ਵਿੱਚ ਰਿਜ਼ਲਟ ਹੋਏਗਾ, ਉਹ ਜਿਹੜਾ ਫਾਸਲਾ ਜਿੱਤ ਵਾਲਾ ਨਾ, ਜਿਵੇਂ ਹੁੰਦਾ ਸੀ 20,000 ਵੋਟਾਂ ਨਾਲ ਜਿੱਤ ਗਏ, ਉਹ ਨਹੀਂ ਹੋਏਗਾ। ਉਹ ਬਹੁਤ ਘੱਟ ਸੀਟਾਂ ਦੇ 2000 ਬਹੁਤ ਘੱਟ ਸੀਟਾਂ ਦੇ 2000 4000 5000 1000, ਕਿਉਂਕਿ ਜਦੋਂ 2012 ਦੀ ਸਰਕਾਰ ਜਦੋਂ ਅਕਾਲੀ ਦਲ ਰਿਪੀਟ ਕੀਤਾ ਸੀ, ਉਦੋਂ ਲੋਕਾਂ ਨੂੰ ਯਾਦ ਹੋਣਾ 20 ਸੀਟਾਂ ਐਸੀਆਂ ਸੀ ਜਿਹੜੀਆਂ 1000 ਤੋਂ ਥੱਲੇ ਮਾਰਜਨ ਸੀਗੀਆਂ। ਉਸ ਤੋਂ ਬਾਅਦ 15 ਸੀਟਾਂ ਐਸੀਆਂ ਸੀ ਜਿਹੜੀਆਂ 2000 ਤੋਂ ਥੱਲੇ ਮਾਰਜਨ ਸੀ। ਸੋ ਇਸ ਵਾਰ ਵੀ ਪੰਜਾਬ ਦੀ ਤਸਵੀਰ ਲਗਭਗ ਉਸੇ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਕਿ ਜਦੋਂ 5 ਕੋਨੀ ਮੁਕਾਬਲਾ ਹੋਵੇ, ਉਦੋਂ ਫਿਰ ਵੋਟ ਦਾ ਮਾਰਜਨ ਬਹੁਤ ਘਟ ਜਾਂਦਾ ਹੈ। ਔਰ ਕਿਹੜੀ ਪਾਰਟੀ ਦੀ ਵੋਟ ਕੱਟੀ ਜਾਂਦੀ ਹੈ, ਕਿਹੜਾ ਨਵਾਂ ਮੋਰਚਾ ਕਿਹਦੀ ਵੋਟ ਕੱਟਦਾ ਹੈ, ਔਰ ਉਹਦਾ ਫਾਇਦਾ ਕਿਹਨੂੰ ਹੁੰਦਾ ਹੈ, ਇਸ ਵੇਲੇ ਉਹ ਕੈਲਕੂਲੇਸ਼ਨ ਪੰਜਾਬ 'ਚ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ। ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਹਾਂ। ਟੀਵੀ ਸਕਰੀਨ ਤੇ ਅਸੀਂ ਤੁਹਾਨੂੰ ਇੱਕ ਵੱਡੀ ਖਬਰ ਦਿਖਾਉਂਦੇ ਹਾਂ, ਇੱਕ ਬਿਆਨ ਦਿਖਾਉਂਦੇ ਹਾਂ ਇੱਕ ਲੀਡਰ ਦਾ। ਉਹ ਬਿਆਨ ਕੀ ਹੈ, ਉਸ ਬਿਆਨ ਦਾ ਜ਼ਿਕਰ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਤੇ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਕੀ ਬਿਆਨ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਤੇ ਭਗਵੰਤ ਮਾਨ ਨੇ, ਉਸ ਦਾ ਜ਼ਿਕਰ ਕਰ ਲੈਂਦੇ ਹਾਂ। ਜੀ ਬਿਲਕੁਲ, ਬਿਆਨ ਇਹ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਤੋਂ ਬਾਅਦ ਇੱਕ ਟਵੀਟ ਕਰਦੇ ਨੇ ਔਰ ਆਪਣੀ ਸਰਕਾਰ ਨੂੰ ਘੇਰਦੇ ਨੇ, ਵੱਖ-ਵੱਖ ਸਟੇਜਾਂ ਦੇ ਉੱਤੇ ਰੇਤੇ ਦਾ ਜ਼ਿਕਰ ਕਰਦੇ ਨੇ, ਮਾਈਨਿੰਗ ਦਾ ਜ਼ਿਕਰ ਕਰਦੇ ਨੇ ਜਾਂ ਹੋਰ ਮੁੱਦਿਆਂ ਦਾ ਜ਼ਿਕਰ ਕਰਦੇ ਨੇ। ਤੇ ਭਗਵੰਤ ਮਾਨ ਕੀ ਜ਼ਿਕਰ ਕਰਦੇ ਨੇ? ਭਗਵੰਤ ਮਾਨ ਕਹਿ ਰਹੇ ਨੇ ਕਿ ਲੱਗ ਰਿਹਾ ਕਿ ਸਿੱਧੂ ਬਾਗੀ ਹੁੰਦੇ ਜਾ ਰਹੇ ਨੇ, ਕਿ ਵਾਕਈ ਇਸ ਤਰੀਕੇ ਨਾਲ ਹੈ। ਭਗਵੰਤ ਮਾਨ ਆਪਣੇ ਕਟਾਕਸ਼ ਜਿਹੜੇ ਤੰਜ ਕੱਸਦੇ ਨੇ ਉਸ ਨੂੰ ਲੈ ਕੇ ਮਸ਼ਹੂਰ ਨੇ। ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ, ਉਮੀਦਵਾਰ ਸੀਐਮ ਵਾਲਾ ਵੀ ਚਿਹਰਾ ਹੋ ਸਕਦੇ ਨੇ, ਅਜੇ ਤੱਕ ਅਫੀਸ਼ੀਅਲ ਤੌਰ ਤੇ ਅਨਾਉਂਸਮੈਂਟ ਨਹੀਂ ਹੋਈ, ਪਰ ਉਹਨਾਂ ਦੇ ਨਿਸ਼ਾਨੇ ਉੱਤੇ ਨੇ। ਨਿਸ਼ਾਨੇ ਉੱਤੇ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਪੰਜਾਬ ਦੇ ਵਿੱਚ, ਜਾਂ ਕਹੀਏ ਕਿ ਸਭ ਤੋਂ ਵੱਡੇ ਚਿਹਰਿਆਂ ਦੇ ਵਿੱਚੋਂ ਇੱਕ ਨਵਜੋਤ ਸਿੰਘ ਸਿੱਧੂ ਉਹੀ ਨਿਸ਼ਾਨੇ ਦੇ ਉੱਤੇ ਨੇ। ਤੇ ਸਿੱਧੂ ਨੂੰ ਲੈ ਕੇ ਉਹ ਬਿਆਨ ਦੇ ਰਹੇ ਨੇ ਕਿ ਸਿੱਧੂ ਲੱਗਦਾ ਹੈ ਬਾਗੀ ਹੁੰਦੇ ਜਾ ਰਹੇ ਨੇ। ਤਾਂ ਭਗਵੰਤ ਮਾਨ ਨੇ ਕਿਹਾ ਕਿ 1-2 ਦਿਨਾਂ 'ਚ ਦੇਖਣਾ ਹੋਏਗਾ ਕੀ ਫੈਸਲਾ ਹੁੰਦਾ ਹੈ, ਕੀ ਨਿਕਲ ਕੇ ਆਉਂਦਾ ਹੈ, 1-2 ਦਿਨਾਂ 'ਚ ਦੇਖਣਾ ਹੋਏਗਾ। ਯਾਨੀ ਭਗਵੰਤ ਮਾਨ ਨਵਜੋਤ ਸਿੰਘ ਸਿੱਧੂ ਦੇ ਉਸ ਟਵੀਟ ਦਾ ਜ਼ਿਕਰ ਕਰ ਰਹੇ ਸੀ, ਜਿਹੜਾ ਟਵੀਟ ਅਸੀਂ ਵਾਰ-ਵਾਰ ਟੀਵੀ ਸਕਰੀਨ ਤੇ ਦਿਖਾਇਆ ਹੈ, ਜਿਸ ਦੇ ਵਿੱਚ ਸਿੱਧੂ ਕਹਿ ਰਹੇ ਨੇ ਕਿ ਜਾਂ ਤਾਂ ਉਹ ਪੁਰਾਣਾ ਸਿਸਟਮ ਰਹੇਗਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਰਹੇਗਾ। ਯਾਨੀ ਪਾਰਟੀ ਦੇ ਵਿੱਚ ਇਸ ਵੇਲੇ ਕਾਂਗਰਸ ਜਿਸ ਨਵੇਂ ਸਿਸਟਮ ਦਾ ਦਾਅਵਾ ਕਰ ਰਹੀ ਹੈ, ਨਵਜੋਤ ਸਿੰਘ ਸਿੱਧੂ ਉਸ ਨੂੰ ਪੁਰਾਣਾ ਸਿਸਟਮ ਦੱਸ ਰਹੇ ਨੇ। ਔਰ ਇਸੇ ਗੱਲ ਨੂੰ ਲੈ ਕੇ ਭਗਵੰਤ ਮਾਨ ਨੇ ਵੀ ਅੱਜ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਹੈ ਕਿ ਉਹ ਬਾਗੀ ਹੁੰਦੇ ਜਾ ਰਹੇ ਨੇ। ਪਹਿਲਾਂ ਭਗਵੰਤ ਮਾਨ ਦਾ ਬਿਆਨ ਇੱਕ ਵਾਰੀ ਫਿਰ ਸੁਣ ਲੈਂਦੇ ਆ ਕੀ ਕਹਿ ਰਹੇ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਜਦੋਂ ਉਹ ਕੁਝ ਬੋਲਦੇ ਨੇ, ਕੋਈ ਵੀ ਆਹ ਕਰਾਂਗੇ ਆਹ ਕਰਾਂਗੇ, ਨਾਲ ਦੀ ਨਾਲ ਉਹਨਾਂ ਦੀ ਪਾਰਟੀ 'ਚ ਹੀ ਵਿਰੋਧ ਹੋ ਜਾਂਦਾ ਹੈ ਕਿ ਇਹ ਮੈਨੀਫੈਸਟੋ 'ਚ ਤਾਂ ਹੈ ਨਹੀਂ ਚੀਜ਼ਾਂ। ਇਹ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਕਦੋਂ ਹੋਈ ਹੈ? ਜੇ ਮੈਨੀਫੈਸਟੋ 'ਚ ਨਾ ਪਾਈਆਂ ਗਈਆਂ ਚੀਜ਼ਾਂ ਤਾਂ ਨਵਜੋਤ ਸਿੱਧੂ ਦਾ ਕੀ ਰਹੂਗੀ? ਇਹ ਸਿੱਧੂ ਮਾਡਲ ਨਹੀਂ, ਇਹ ਕਾਂਗਰਸ ਮਾਡਲ ਹੈ। ਇਹ ਕਾਂਗਰਸ ਮਾਡਲ ਨਹੀਂ, ਇਹ ਪੰਜਾਬ ਮਾਡਲ ਹੈ। ਸੋ ਉਹਨਾਂ ਨੂੰ ਤਾਂ ਇਹੀ ਨਹੀਂ ਸਮਝ ਆ ਰਿਹਾ ਕਿ ਕਿਹੜੇ ਬੰਦੇ ਨੇ
ਮਤਲਬ ਬੋਲਣਾ ਹੈ। ਮੈਨੂੰ ਇੰਨਾ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜੇ ਟਵੀਟ ਨੇ ਉਹ ਕਿਤੇ ਨਾ ਕਿਤੇ ਬਾਕੀ ਹੁੰਦੇ ਜਾ ਰਹੇ ਨੇ। ਆਉਣ ਵਾਲੇ 2-4 ਦਿਨਾਂ 'ਚ ਸ਼ਾਇਦ ਨਹੀਂ ਸ਼ਾਇਦ ਨਹੀਂ ਕੁਝ ਨਾ ਕੁਝ ਤਾਂ ਹੋਊਗਾ। ਤਾਂ ਭਗਵੰਤ ਮਾਨ ਕਹਿ ਰਹੇ ਨੇ ਕਿ ਸਿੱਧੂ ਬਾਗੀ ਹੁੰਦੇ ਜਾ ਰਹੇ ਨੇ। 1-2 ਦਿਨਾਂ 'ਚ ਪਤਾ ਲੱਗ ਜਾਏਗਾ ਕਿ ਸਥਿਤੀ ਕਿੱਧਰ ਨੂੰ ਜਾਂਦੀ ਹੈ। ਯਾਨੀ ਉਸੇ ਬਿਆਨ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਟਵੀਟ ਦੇ ਜ਼ਰੀਏ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ ਹੈ। ਬਿਲਕੁਲ ਲਾਜ਼ਮੀ ਤੌਰ ਤੇ ਇੰਟਰਸਟਿੰਗ ਹੈ ਕਿ ਭਗਵੰਤ ਮਾਨ ਭਵਿੱਖਬਾਣੀ ਵੀ ਬਹੁਤ ਲੰਬੀ ਚੌੜੀ ਨਹੀਂ ਕਰ ਰਹੇ। ਕਹਿ ਰਹੇ ਅਗਲੇ 2-3 ਦਿਨਾਂ ਦੇ ਵਿੱਚ ਦੇਖੋ ਕੀ ਹੁੰਦਾ ਹੈ ਔਰ ਕੀ ਹੋ ਸਕਦਾ ਹੈ। ਖੈਰ ਭਗਵੰਤ ਮਾਨ ਵੱਡਾ ਚਿਹਰਾ ਨੇ ਆਮ ਆਦਮੀ ਪਾਰਟੀ ਦੇ। ਸਿੱਧੂ ਦੇ ਨਿਸ਼ਾਨੇ ਦੇ ਉੱਤੇ ਵੀ ਰਹਿੰਦੇ ਨੇ ਤੇ ਸਿੱਧੂ ਨੂੰ ਨਿਸ਼ਾਨੇ ਦੇ ਉੱਤੇ ਲੈਂਦੇ ਵੀ ਨੇ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਸੁਣਵਾਉਂਦੇ ਹਾਂ ਤੁਹਾਨੂੰ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ 1 ਮਹੀਨੇ ਵਾਲੀ ਤਿਆਰੀ ਕੀ ਹੈ, ਵੋਟਾਂ ਤੋਂ ਪਹਿਲਾਂ ਦੀ ਤਿਆਰੀ ਕੀ ਹੈ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਪੰਕਜ ਕਪਾਹੀ। ਜੀ ਬਿਲਕੁਲ 1 ਮਹੀਨਾ ਰਹਿ ਗਿਆ ਔਰ ਆਮ ਆਦਮੀ ਪਾਰਟੀ ਦੀ ਕੀ ਪਲੈਨਿੰਗ ਹੈ? ਭਗਵੰਤ ਮਾਨ ਹੋਰਾਂ ਨਾਲ ਜਾਣ ਲੈਣੇ। ਮਾਨ ਸਾਹਿਬ ਕੀ ਪਲੈਨਿੰਗ ਹੈ? 1 ਮਹੀਨਾ ਅੱਜ ਹੀ ਦੇ ਦਿਨ 1 ਮਹੀਨੇ ਬਾਅਦ ਚੋਣਾਂ ਨੇ। ਬਿਲਕੁਲ ਜੀ, ਲੋਕ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਸਾਨੂੰ ਬਦਲਾਅ ਵਾਲਾ ਬਟਨ ਦੱਬਣ ਦੀ ਕਾਹਲੀ ਹੈ, ਜਲਦੀ ਹੈ। ਤੇ 1 ਮਹੀਨਾ ਰਹਿ ਗਿਆ। ਆਮ ਆਦਮੀ ਪਾਰਟੀ ਪੂਰੇ ਸੰਗਠਨ ਨਾਲ ਪ੍ਰਚਾਰ ਸ਼ੁਰੂ ਕਰ ਚੁੱਕੀ ਹੈ। ਡੋਰ ਟੂ ਡੋਰ ਕੈਂਪੇਨ ਦੀ ਵੀ ਸ਼ੁਰੂਆਤ ਕੇਜਰੀਵਾਲ ਸਾਹਿਬ ਆਏ ਸੀ ਤੇ ਹੋ ਗਈ ਹੈ। ਤੇ ਨਾਲ ਦੀ ਨਾਲ ਅਸੀਂ ਉਮੀਦ ਕਰਦੇ ਹਾਂ ਕੱਲ ਨੂੰ 15 ਤਰੀਕ ਹੈ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਕੱਲ ਨੂੰ ਕੁਝ ਢਿੱਲਾਂ ਦੇਵੇਗਾ। ਕੁਝ ਕੋਵਿਡ ਦੀਆਂ ਜਿਹੜੇ ਗਾਈਡਲਾਈਨ ਨੇ ਉਹਦੇ ਚ ਰੈਲੀਆਂ ਕਰਨ ਦੀ ਇਜਾਜ਼ਤ ਮਿਲ ਜੇ। ਜਿਵੇਂ ਵੀ ਉਹਨਾਂ ਦੀ ਗਾਈਡਲਾਈਨ ਹੋਊਗੀ ਉਸ ਗਾਈਡਲਾਈਨ ਮੁਤਾਬਕ ਰੈਲੀਆਂ ਕਰ ਲਈਏ ਤੇ ਹੋਰ ਵੀ ਜ਼ਿਆਦਾ ਵਧੀਆ ਹੋ ਜਾਊਗਾ। ਪਰ ਸਾਡੀ ਟੀਮ ਜਿਹੜੀ ਹੈ, ਸਾਡੀਆਂ ਫੌਜਾਂ ਜਿਹੜੀਆਂ ਨੇ ਉਹ ਡੋਰ ਟੂ ਡੋਰ ਚੱਲ ਰਹੀਆਂ ਨੇ ਸਾਰੇ ਪੰਜਾਬ 'ਚ। 14 ਫਰਵਰੀ ਕਿੰਨੀਆਂ ਉਮੀਦਾਂ 14 ਫਰਵਰੀ ਨੂੰ ਲੈ ਕੇ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਮੌਕਾ ਦੇਗੀ? ਕਿਉਂਕਿ 2017 ਚ ਵੀ ਬਹੁਤ ਉਮੀਦਾਂ ਸੀ, ਉਦੋਂ ਵੀ ਲਹਿਰ ਚੱਲਦੀ ਸੀ ਕਿ 80-100 ਸੀਟਾਂ ਜਿੱਤੇਗੀ, ਲੇਕਿਨ ਬਹੁਤ ਜਿਹੜਾ ਵਾ ਮਹਿਜ਼ 20 ਸੀਟਾਂ ਦੇ ਸਿਮਟ ਕੇ ਰਹਿ ਗਏ ਸੀਗੇ। ਦੇਖੋ, ਲੋਕ ਕਈ ਵਾਰੀ ਟੈਸਟ ਲੈਂਦੇ ਹੁੰਦੇ ਨੇ ਤੇ ਲੋਕਾਂ ਨੇ ਸਾਨੂੰ ਪਰਖ ਲਿਆ। ਅਸੀਂ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਉਤਰੇ ਹਾਂ ਤੇ ਲੋਕ ਚਾਹੁੰਦੇ ਨੇ ਕਿ ਹੁਣ ਇਹਨਾਂ ਦੋਨਾਂ ਨੂੰ, ਕਾਂਗਰਸ ਤੇ ਅਕਾਲੀ ਦਲ ਤੇ ਬੀਜੇਪੀ ਨੂੰ ਅਲੱਗ ਕਰਕੇ ਅਸੀਂ ਇੱਕ ਨਵੀਂ ਉਮੀਦ ਨੂੰ ਵੋਟਾਂ ਪਾਵਾਂਗੇ। ਅਸੀਂ ਡਿਵੈਲਪਮੈਂਟ ਨੂੰ ਵੋਟਾਂ ਪਾਵਾਂਗੇ। ਅਸੀਂ ਵਧੀਆ ਸਕੂਲਾਂ ਦੀ ਖਾਤਰ, ਵਧੀਆ ਹਸਪੀਟਲਾਂ ਦੀ ਖਾਤਰ, ਵਧੀਆ ਖੇਤੀ ਦੀ ਖਾਤਰ, ਵਧੀਆ ਵਪਾਰ ਦੀ ਖਾਤਰ ਤੇ ਵਧੀਆ ਨੌਕਰੀਆਂ ਦੀ ਖਾਤਰ ਜਿਹੜੀ ਬੇਰੁਜ਼ਗਾਰੀ ਫੈਲੀ ਹੋਈ ਹੈ ਉਸ ਏਜੰਡੇ ਨੂੰ ਵੋਟਾਂ ਪਾਵਾਂਗੇ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੋਕਾਂ ਦੇ ਚੁੱਲ੍ਹਿਆਂ ਦੀ ਬੁਝਦੀ ਹੋਈ ਅੱਗ ਨੂੰ ਬਚਾਉਣਾ ਚਾਹੁੰਦੀ ਹੈ। ਨਵਜੋਤ ਸਿੱਧੂ ਕਹਿ ਰਹੇ ਇੱਕ ਮਿੰਟ, ਆਮ ਆਦਮੀ ਪਾਰਟੀ ਲੋਕਾਂ ਦੇ ਚੁੱਲ੍ਹਿਆਂ ਦੀ ਬੁਝਦੀ ਅੱਗ ਨੂੰ ਬਚਾਉਣਾ ਚਾਹੁੰਦੀ ਹੈ ਤੇ ਜਿਹੜੀ ਸ਼ਮਸ਼ਾਨ ਘਾਟ ਦੀ ਅੱਗ ਜਿਹਦੀਆਂ ਲਾਟਾਂ ਉੱਚੀਆਂ ਹੋਈ ਜਾਂਦੀਆਂ ਨੇ ਉਹਨੂੰ ਬੁਝਾਉਣਾ ਚਾਹੁੰਦੀ ਹੈ। ਚੁੱਲ੍ਹਿਆਂ ਦੀ ਅੱਗ ਬੁਝ ਰਹੀ ਹੈ ਗਰੀਬੀ ਕਰਕੇ, ਮਹਿੰਗਾਈ ਕਰਕੇ, ਬੇਰੁਜ਼ਗਾਰੀ ਕਰਕੇ ਤੇ ਸ਼ਮਸ਼ਾਨ ਘਾਟ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੋ ਰਹੀਆਂ ਨੇ ਨਸ਼ਿਆਂ ਕਰਕੇ, ਡਰੱਗ ਕਰਕੇ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ। ਨਵਜੋਤ ਸਿੱਧੂ ਕਹਿ ਰਹੇ, ਕਹਿੰਦੇ ਦਿੱਲੀ ਮਾਡਲ ਦੀ ਜ਼ਰੂਰਤ ਨਹੀਂ ਹੈ, ਪੰਜਾਬ ਨੂੰ ਪੰਜਾਬ ਮਾਡਲ ਹੀ ਬਚਾ ਸਕਦਾ ਵਾ ਔਰ ਮੇਰਾ ਪੰਜਾਬ ਮਾਡਲ ਜਿਹੜਾ ਉਹ ਲਾਗੂ ਹੋਏਗਾ। ਪਹਿਲਾਂ ਉਹ ਪੰਜਾਬ ਮਾਡਲ ਨੂੰ ਆਪਣੀ ਪਾਰਟੀ ਤੋਂ ਪ੍ਰੂਵ ਕਰਾ ਲੈਣ, ਕਿਉਂਕਿ ਕਦੇ ਉਹ ਸਿੱਧੂ ਮਾਡਲ ਕਹਿਣ ਲੱਗ ਜਾਂਦੇ ਨੇ, ਕਦੇ ਪੰਜਾਬ ਮਾਡਲ, ਕਦੇ ਕਾਂਗਰਸ ਮਾਡਲ। ਸੋ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਏਜੰਡਾ ਹੈ ਉਹ ਆਪ ਹੀ ਤੈਅ ਨਹੀਂ ਹੈਗਾ। ਕਦੇ ਤਾਂ ਉਹ ਕਹਿੰਦੇ ਨੇ ਇਸ ਮੁੱਦੇ ਤੇ ਸਾਡੇ ਨਾਲ ਡਿਬੇਟ ਕਰੋ ਕਿ ਤੁਸੀਂ ਮਹਿਲਾਵਾਂ ਨੂੰ 1000-1000 ਰੁਪਏ ਦਿਓਗੇ, ਪੈਸਾ ਕਿੱਥੋਂ ਲਿਆਓਗੇ। ਫਿਰ ਆਪ ਹੀ ਅਨਾਉਂਸ ਕਰ ਦਿੰਦੇ ਨੇ ਬਹੁਤ ਵੱਡੇ ਵੱਡੇ, ਜਿਹਨੂੰ ਬਾਅਦ ਦੇ ਵਿੱਚ ਜਿਹੜਾ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਬਾਜਵਾ ਸਾਹਿਬ ਇਤਰਾਜ਼ ਵੀ ਕਰਦੇ ਨੇ ਕਿ ਕਿੱਥੇ ਆਪਾਂ ਨੇ ਮੈਨੀਫੈਸਟੋ ਬਣਾਇਆ। ਸੋ ਸਿੱਧੂ ਸਾਹਿਬ ਨੂੰ ਕਹੋ ਕਿ ਪਹਿਲਾਂ ਮੈਨੀਫੈਸਟੋ ਜਾਂ ਉਹਦਾ ਜਿਹੜਾ ਮਾਡਲ ਹੈ ਉਹਨੂੰ ਆਪਣੀ ਪਾਰਟੀ ਤੋਂ ਪ੍ਰੂਵ ਕਰਾ ਲੈਣ। ਅਰਵਿੰਦ ਕੇਜਰੀਵਾਲ 2 ਦਿਨ ਪੰਜਾਬ ਲਾ ਗਏ ਲੇਕਿਨ ਤੁਹਾਨੂੰ ਅਨਾਉਂਸ ਨਹੀਂ ਕਰਕੇ ਗਏ ਐਜ਼ ਏ ਸੀਐਮ। ਉਹ ਕਹਿ ਰਹੇ ਅਜੇ ਵੀ ਲੋਕਾਂ ਤੋਂ ਪੁੱਛਿਆ ਜਾਏਗਾ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਅਨਾਉਂਸ ਕਰ ਦਿੰਦੇ ਤਾਂ ਫਿਰ 2017 ਵਾਲੀ ਗਲਤੀ ਨਾ ਹੁੰਦੀ? ਇਹ ਗੱਲ ਕਿਹਨੇ ਕਹੀ ਹੈ ਕਿ ਲੋਕਾਂ ਤੋਂ ਪੁੱਛਿਆ ਜਾਏਗਾ? ਮੈਂ ਕਹੀ ਹੈ। ਕੇਜਰੀਵਾਲ ਜੀ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਅਨਾਉਂਸ ਕਰਨਾ ਚਾਹੁੰਦਾ, ਪਰ ਮੈਂ ਕਿਹਾ ਜੀ ਇੱਕ ਵਾਰੀ ਜਨਤਾ ਨੂੰ, ਤੁਹਾਡੇ ਕੋਲ ਏਡਾ ਵੱਡਾ ਮੌਕਾ ਸੀ, ਤੁਸੀਂ ਸੀਐਮ ਦਾ ਉਮੀਦਵਾਰ ਬੰਦੇ, ਕਿਉਂ ਤੁਸੀਂ ਇਹ ਅਗਰ ਰਿਪੋਰਟ ਜਾਂ ਕੁਝ ਤੁਹਾਡੇ ਖਿਲਾਫ ਹੋ ਗਿਆ ਫਿਰ ਗਲਤ ਹੋ ਗਿਆ ਨਾ ਕੰਮ। ਫਿਰ ਗਲਤ ਬੰਦਾ ਬਿਠਾਤਾ ਇਹਦਾ ਮਤਲਬ ਪਬਲਿਕ ਨੂੰ ਪੁੱਛਾਂਗੇ। ਮੈਨੂੰ ਕੋਈ ਸੀਐਮ ਦੇ ਅਹੁਦੇ ਦਾ ਚਾਹ ਨਹੀਂ ਹੈਗਾ। ਮੈਂ ਪਹਿਲਾਂ ਵੀ ਕਿਹਾ, ਹੁਣ ਵੀ ਕਹਿਣਾ ਕਿ ਸੁਰਜੀਤ ਪਾਤਰ ਜੀ ਦਾ ਸ਼ੇਰ ਹੈ, ਮੈਂ ਰਾਹਾਂ ਤੇ ਤੁਰਦਾ ਨਹੀਂ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਜੁਗਾ ਜੁਗਾ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ। ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ, ਕਦੇ ਵੀ ਨਹੀਂ ਸੋਚਿਆ ਆ ਬਣਦੇ ਜਾਂ ਉਹ ਬਣਦੇ। ਅਗਲੇ ਇੰਟਰਵਿਊਜ਼ ਮੁੱਖ ਮੰਤਰੀ ਦੇ ਚਿਹਰੇ ਨਾਲ ਮੇਰੀ ਗੱਲਬਾਤ ਹੋਏਗੀ ਔਰ ਅਗਰ ਗੱਲਬਾਤ ਹੋਏਗੀ ਤਾਂ ਅਗਰ ਤੁਸੀਂ ਮੁੱਖ ਮੰਤਰੀ ਬਣਦੇ ਹੋ 3 ਕੰਮ
ਤਿੰਨ ਕੰਮ ਜਿਹੜੇ ਤੁਹਾਡੇ ਮਨ ਦੀ ਇੱਛਾ ਹੈ ਕਿ ਪੰਜਾਬ ਨੂੰ ਸਭ ਤੋਂ ਪਹਿਲਾਂ ਇਹ ਜ਼ਰੂਰਤ ਹੈ ਔਰ ਭਗਵੰਤ ਮਾਨ ਇਹ ਪੂਰਾ ਕਰੇਗਾ? ਹਾਈਪੋਥੈਟੀਕਲ ਕੁਐਸਚਨ ਹੈ, ਪਹਿਲਾਂ ਪਬਲਿਕ ਨੂੰ ਫੈਸਲਾ ਦੇ ਦੇਣ ਦਿਓ, ਉਸ ਤੋਂ ਬਾਅਦ ਤੁਹਾਨੂੰ 3 ਨਹੀਂ 3000 ਕੰਮ ਆਪ ਦੀ ਸਰਕਾਰ ਬਣਦੀ ਹੈ ਕਿਉਂਕਿ ਹੁਣ ਤੁਸੀਂ ਜਾ ਰਹੇ ਹੋ, 1 ਮਹੀਨਾ ਬਚਿਆ ਹੈ, ਅੱਜ ਦੇ ਦਿਨ ਹੀ ਲੋਕਾਂ ਨੇ ਤੈਅ ਕਰਨਾ ਹੈ 1 ਮਹੀਨੇ ਬਾਅਦ ਤਿੰਨ ਕੰਮ ਜਿਹੜੇ ਤੁਸੀਂ ਸਭ ਤੋਂ ਪਹਿਲਾਂ ਕਰਵਾਓਗੇ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ? ਜਨਤਾ ਨੂੰ ਫੈਸਲਾ ਕਰ ਲੈਣ ਦਿਓ, ਜਨਤਾ ਨੂੰ ਆਪਣਾ ਮੁੱਖ ਮੰਤਰੀ ਚੁਣ ਲੈਣ ਦਿਓ। ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਪਬਲਿਕ ਨੂੰ ਪੁੱਛ ਕੇ ਮੁੱਖ ਮੰਤਰੀ ਬਣ ਰਿਹਾ, ਉਹ ਤੋਂ ਬਾਅਦ 3 ਨਹੀਂ 3000 ਕੰਮ ਬਣਾਵਾਂਗੇ। ਚਲੋ ਬੈਸਟ ਆਫ ਲੱਕ ਭਗਵੰਤ ਮਾਨ ਜੀ। ਤਾਂ ਮਾਨ ਸਾਹਿਬ ਜਲਦੀ 'ਚ ਨੇ ਔਰ 1 ਮਹੀਨਾ ਰਹਿ ਗਿਆ, 1 ਮਹੀਨੇ ਬਾਅਦ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਸਰਕਾਰ ਕਿਸ ਦੀ ਬਣਾਣੀ ਹੈ ਔਰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ। ਇਸ ਨੂੰ ਲੈ ਕੇ ਵੀ ਫੀਡਬੈਕ ਜਿਹੜੀ ਹੈ ਉਹ ਲੋਕਾਂ ਕੋਲੋਂ ਲਿੱਤੀ ਜਾ ਰਹੀ ਹੈ। ਅਗਲੇ 2-3 ਦਿਨਾਂ 'ਚ ਤਸਵੀਰ ਸਾਫ਼ ਹੋਏਗੀ ਕਿ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਚਿਹਰਾ ਹੋਣਗੇ ਮੁੱਖ ਮੰਤਰੀ ਦਾ ਜਾਂ ਕੋਈ ਹੋਰ ਹੋਏਗਾ। ਲੇਕਿਨ ਇੱਕ ਗੱਲ ਸਾਫ਼ ਹੈ ਕਿ ਹੁਣ ਪੂਰੀ ਤਰੀਕੇ ਦੇ ਨਾਲ ਚੁਣਾਵੀ ਅਖਾੜਾ ਜਿਹੜਾ ਪੱਕ ਚੁੱਕਿਆ ਹੈ ਕਿਉਂਕਿ 1 ਮਹੀਨੇ ਬਾਅਦ ਪੰਜਾਬ ਦੀ ਜਨਤਾ ਨੇ ਤੈਅ ਕਰਨਾ ਹੈ ਕਿ ਸਰਕਾਰ ਕਿਸ ਦੀ ਬਣਾਣੀ ਹੈ। ਤਾਂ ਹਰ ਪੋਲੀਟੀਕਲ ਪਾਰਟੀ ਦੀ ਤਰ੍ਹਾਂ ਭਗਵੰਤ ਮਾਨ ਵੀ ਬਹੁਤ ਕੌਨਫੀਡੈਂਟ ਨਜ਼ਰ ਆ ਰਹੇ ਨੇ 2022 ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਾਉਣ ਨੂੰ ਲੈ ਕੇ। ਪਰ ਜਨਤਾ ਹੀ ਤੈਅ ਕਰੇਗੀ, 10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਕਿਸ ਦੇ ਹਿੱਸੇ ਕਿੰਨੀਆਂ ਸੀਟਾਂ ਤੇ ਕਿਸ ਦੇ ਹਿੱਸੇ ਸੱਤਾ ਦਾ ਸੁੱਖ। ਤਾਂ ਇੱਕ ਹੋਰ ਵੱਡੀ ਖਬਰ ਦਾ ਰੁਖ ਕਰ ਲੈਂਦੇ ਹਾਂ। ਕੁਝ ਦੇਰ ਪਹਿਲਾਂ ਅਸੀਂ ਅੰਮ੍ਰਿਤਸਰ ਤੋਂ ਇੱਕ ਖਬਰ ਦਿਖਾਈ ਸੀ, ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼। ਵੱਡੀ ਖਬਰ, ਅੰਮ੍ਰਿਤਸਰ ਤੋਂ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜੋ ਅੰਮ੍ਰਿਤਸਰ ਦੇ ਬਾਰਡਰ ਏਰੀਆ ਦੇ ਇਲਾਕੇ ਦੇ ਵਿੱਚ ਕੁਝ ਵਿਸਫੋਟਕ ਸਮੱਗਰੀ ਜਿਹੜੀ ਹੈ ਉਹ ਬਰਾਮਦ ਹੋਈ ਸੀ। ਟੀਮ ਉੱਤੇ ਸਰਚ ਆਪਰੇਸ਼ਨ ਕਰ ਰਹੀ ਸੀ ਔਰ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਉਹ ਟਿਫਨ ਬੰਬ ਸੀ। ਟਿਫਨ ਬੰਬ ਨੂੰ ਡਿਫਿਊਜ਼ ਕੀਤਾ ਗਿਆ ਹੈ। ਧਨੋਆ ਕਲਾਂ ਇਲਾਕੇ ਦੇ ਵਿੱਚੋਂ ਜੋ ਬਰਾਮਦਗੀ ਹੋਈ ਸੀ। ਰਾਜੀਵ ਸ਼ਰਮਾ ਕੋਲ ਚੱਲਦੇ ਹਾਂ ਸਿੱਧਾ, ਸਾਡੇ ਸਹਿਯੋਗੀ ਲਾਈਵ ਸਾਡੇ ਨਾਲ ਅਪਡੇਟ ਦੇ ਲਈ ਜੁੜੇ ਹੋਏ ਨੇ। ਰਾਜੀਵ ਦਾ ਰੁਖ ਕਰਦੇ ਹਾਂ ਕਿਉਂਕਿ ਬਹੁਤ ਵੱਡੀ ਖਬਰ ਹੈ ਕਿ ਟਿਫਨ ਬੰਬ ਉੱਥੇ ਬਰਾਮਦ ਕੀਤਾ ਗਿਆ ਹੈ। ਜੋ ਜਾਣਕਾਰੀ ਫਿਲਹਾਲ ਸਾਨੂੰ ਮਿਲ ਰਹੀ ਹੈ ਕਿ ਉਸ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਮੌਕੇ ਦੇ ਉੱਤੇ ਉਸ ਪੂਰੀ ਜਿਹੜੀ ਇਸ ਸਮੇਂ ਜਿੱਥੇ ਏਜੰਸੀਆਂ ਪਹੁੰਚੀਆਂ ਹੋਈਆਂ ਨੇ, ਬੰਬ ਸਕੁਐਡ ਦਸਤਾ ਪਹੁੰਚਿਆ ਹੋਇਆ, ਉੱਥੇ ਮੌਜੂਦ ਨੇ ਸਾਡੇ ਸਹਿਯੋਗੀ ਰਾਜੀਵ ਵੀ। ਰਾਜੀਵ, ਕੀ ਕੁਝ ਤੁਹਾਡੇ ਕੋਲ ਅਪਡੇਟ ਹੈ ਇਸ ਸਮੇਂ ਇਸ ਪੂਰੇ ਮਾਮਲੇ ਦੇ ਵਿੱਚ? ਜੀ ਹਾਂ, ਬਿਲਕੁਲ ਗੌਰਵ, ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਕੁਝ ਵਿਸਫੋਟਕ ਸਮੱਗਰੀ ਜਿਹੜੀ ਹੈ ਉਹ ਅਟਾਰੀ ਇਲਾਕੇ ਦੇ ਵਿੱਚੋਂ ਬਰਾਮਦ ਕੀਤੀ ਗਈ। ਅਟਾਰੀ ਤੋਂ ਜੋ ਬੱਚੀਵਿੰਡ ਪਿੰਡ ਜੋ ਕਿ ਬਿਲਕੁਲ ਸਰਹੱਦੀ ਪਿੰਡ ਨੇ, ਉਹਨਾਂ ਇਲਾਕਿਆਂ ਦੇ ਵਿੱਚੋਂ ਇਹ ਵਿਸਫੋਟਕ ਸਮੱਗਰੀ ਜਿਹੜੀ ਬਰਾਮਦ ਹੋਈ ਹੈ। ਤਾਂ ਇਸ ਵੇਲੇ ਤੁਸੀਂ ਦੇਖੋ ਕਿ ਜੋ ਬੰਬ ਨਿਰੋਧਕ ਦਸਤਾ ਹੈ ਪੰਜਾਬ ਪੁਲਿਸ ਦਾ, ਉਹ ਵੀ ਦੁਬਾਰਾ ਇੱਥੇ ਸਰਗਰਮ ਨਜ਼ਰ ਆ ਰਿਹਾ। ਕੁਝ ਦੇਰ ਪਹਿਲਾਂ ਜੋ ਬਿਲਕੁਲ ਖੇਤਾਂ ਦੇ ਨਾਲ ਲੱਗਦਾ ਜਿਹੜਾ ਇਲਾਕਾ, ਉੱਥੋਂ ਕੁਝ ਸਮੱਗਰੀ ਜਿਹੜੀ ਹੈ ਉਹ ਲਿਆਂਦੀ ਗਈ ਹੈ। ਤਾਂ ਇਸ ਵੇਲੇ ਤੁਸੀਂ ਦੇਖੋ ਕਿ ਜੋ ਪੰਜਾਬ ਪੁਲਿਸ ਦੇ ਬੰਬ ਨਿਰੋਧਕ ਦਸਤੇ ਦੇ ਵਿੱਚ ਸ਼ਾਮਲ ਜਿਹੜੇ ਪੁਲਿਸ ਮੁਲਾਜ਼ਮ ਨੇ, ਉਹ ਇਸ ਵੇਲੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਵੱਲੋਂ ਇੱਥੋਂ ਇਕੱਤਰ ਕੀਤੀਆਂ ਗਈਆਂ, ਜਿਨ੍ਹਾਂ ਨੂੰ ਹੁਣ ਜੋ ਹੈ ਜਾਂਚ ਦੇ ਲਈ ਲਿਜਾਇਆ ਜਾਏਗਾ। ਤਾਂ ਲਗਾਤਾਰ ਕਰੀਬ 6 ਵਜੇ ਤੋਂ ਇਹ ਜਿਹੜੀ ਕਾਰਵਾਈ ਹੈ ਉਹ ਜਾਰੀ ਸੀ। ਤਾਂ ਪਹਿਲਾਂ ਇਹ ਵੀ ਜਾਣਕਾਰੀ ਦਿੱਤੀ ਗਈ ਮਿਲੀ ਸੀ ਕਿ ਜਿਹੜੀ ਵਿਸਫੋਟਕ ਸਮੱਗਰੀ ਹੈ ਉਸ ਨੂੰ ਨਸ਼ਟ ਕਰ ਦਿੱਤਾ ਗਿਆ, ਪਰ ਹੁਣ ਉਸ ਤੋਂ ਬਾਅਦ ਜੋ ਹੈ ਸਰਚ ਆਪਰੇਸ਼ਨ ਚਲਾਇਆ ਗਿਆ। ਤਾਂ ਇੱਥੇ ਵੀ ਮੈਂ ਦੱਸਣਾ ਚਾਹੁੰਦਾ ਕਿ ਕੁਝ ਦੇਰ ਪਹਿਲਾਂ ਇੱਕ ਜੋ ਇਲੈਕਟ੍ਰੋਨਿਕ ਕੰਡਾ ਜਿਸ ਨੂੰ ਅਸੀਂ ਕਹਿੰਦੇ ਆ, ਜਿਸ ਦੇ ਉੱਪਰ ਕੋਈ ਸਮਾਨ ਜਿਹੜਾ ਤੋਲਿਆ ਜਾਂਦਾ, ਤਾਂ ਉਹ ਵੀ ਲਿਜਾਇਆ ਗਿਆ। ਤਾਂ ਇਸ ਕਰਕੇ ਪੂਰੀ ਜਿਹੜੀ ਪ੍ਰਕਿਰਿਆ, ਜਦੋਂ ਐਸੀ ਕੋਈ ਵੀ ਸਮੱਗਰੀ ਬਰਾਮਦ ਹੁੰਦੀ ਹੈ ਤਾਂ ਤੁਸੀਂ ਦੇਖੋ ਇਸ ਵੇਲੇ ਹੁਣ ਜਿਹੜੇ ਬੰਬ ਨਿਰੋਧਕ ਦਸਤੇ ਦੇ ਵਿੱਚ ਮੌਜੂਦ ਜਿਹੜੀ ਟੀਮ ਦੇ ਮੈਂਬਰ ਨੇ ਉਹ ਵਾਪਸ ਆ ਰਹੇ ਨੇ ਔਰ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਇੱਕ ਯੂਨੀਫਾਰਮ ਹੁੰਦੀ ਹੈ, ਜਦੋਂ ਕੋਈ ਵੀ ਵਿਸਫੋਟਕ ਨਸ਼ਟ ਕੀਤਾ ਜਾਂਦਾ ਤਾਂ ਇਹ ਇਸ ਤਰੀਕੇ ਦੀ ਜਿਹੜੀ ਡਰੈਸ ਜਾਂ ਇਸ ਤਰੀਕੇ ਦੀ ਜਿਹੜੀ ਪੋਸ਼ਾਕ ਹੈ ਉਹ ਪਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ। ਤਾਂ ਉੱਥੇ ਹਲਚਲ ਤੁਸੀਂ ਦੇਖ ਸਕਦੇ ਹੋ ਕਿ ਜੋ ਟੀਮ ਹੈ ਉਸ ਦੇ ਮੈਂਬਰ ਬਿਲਕੁਲ ਖੇਤਾਂ ਦੇ ਵਿੱਚ ਉਤਰ ਕੇ ਜੋ ਵੀ ਕਾਰਵਾਈ ਹੈ ਉਸ ਨੂੰ ਅੰਜਾਮ ਦੇਣ ਦੇ ਵਿੱਚ ਲੱਗੇ ਹੋਏ ਨੇ। ਤਾਂ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਨੇ ਮੌਕੇ ਤੇ। ਤਾਂ ਕੁਝ ਦੇਰ ਬਾਅਦ ਇਹ ਕਿਹਾ ਜਾ ਸਕਦਾ ਕਿ ਇਸ ਪੂਰਾ ਜੋ ਸਰਚ ਆਪਰੇਸ਼ਨ ਸੀ ਜਾਂ ਜਿਹੜੀ ਬਰਾਮਦਗੀ ਹੈ ਜਾਂ ਜਿਹੜਾ ਵਿਸਫੋਟਕ ਨਸ਼ਟ ਕੀਤਾ ਗਿਆ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਤਾਂ ਜਦੋਂ ਅਸੀਂ ਪਹਿਲੀ ਵਾਰ ਇਹ ਜਾਣਕਾਰੀ ਸਾਂਝੀ ਕੀਤੀ ਸੀ ਤਾਂ ਉਸ ਵੇਲੇ ਅਸੀਂ ਕਾਫੀ ਦੂਰ ਸੀ, ਹਾਈਵੇ ਤੋਂ ਜੋ ਪਿੰਡਾਂ ਨੂੰ ਰਸਤਾ ਜਾਂਦਾ ਉਦੋਂ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਸੀ। ਪਰ ਇਸ ਵੇਲੇ ਤੁਸੀਂ ਦੇਖੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਸਮਝ ਸਕਦੇ ਹੋ, ਇੱਥੇ ਇੱਕ ਦਰਗਾਹ ਹੈ, ਦਰਗਾਹ ਇੱਕ ਉੱਥੇ ਜਿਹੜਾ ਬੋਰਡ ਨਜ਼ਰ ਆ ਰਿਹਾ ਹਰੇ ਰੰਗ ਦਾ, ਤਾਂ ਦਰਗਾਹ ਨੂੰ ਜੋ ਜਾਣ ਵਾਲਾ ਰਸਤਾ ਹੈ ਉੱਥੇ ਇਹ ਜੋ ਵੀ ਸਮੱਗਰੀ ਹੈ ਉਹ ਬਰਾਮਦ ਹੋਈ ਹੈ। ਇਸ ਵੇਲੇ ਤੁਸੀਂ ਦੇਖੋ ਕਿ ਪੁਲਿਸ ਦੇ ਅਧਿਕਾਰੀ ਜੋ ਨੇ ਉਸ ਸਮੱਗਰੀ ਜਿਹਨੂੰ ਕਿ
ਬੰਬ ਨਿਰੋਧਕ ਦਸਤੇ ਵੱਲੋਂ ਹੁਣ ਨਸ਼ਟ ਕਰਨ ਤੋਂ ਬਾਅਦ ਇੱਥੇ ਲਿਆਂਦਾ ਗਿਆ ਤਾਂ ਉਹ ਉਸ ਦੇ ਜਿਹੜੇ ਪਾਰਟਸ ਨੇ, ਜਿਹੜੇ ਹਿੱਸੇ ਨੇ, ਉਸ ਨੂੰ ਇਕੱਤਰ ਕੀਤਾ ਜਾ ਰਿਹਾ, ਕਿਉਂਕਿ ਇਸ ਨੂੰ ਬਾਅਦ ਦੇ ਵਿੱਚ ਲੈਬ ਦੇ ਵਿੱਚ ਲਿਜਾਇਆ ਜਾਏਗਾ। ਉਸ ਤੋਂ ਬਾਅਦ ਇਹਦੀ ਜਿਹੜੀ ਫੋਰੈਂਸਿਕ ਜਾਂਚ ਜਿਹੜੀ ਆ ਉਹ ਵੀ ਕੀਤੀ ਜਾਣੀ ਹੈ। ਤਾਂ ਸੜਕ ਤੇ ਤੁਸੀਂ ਦੇਖ ਸਕਦੇ ਹੋ ਕਿ ਮੀਡੀਆ ਦੇ ਕੁਝ ਕਰਮੀ ਨੇ ਔਰ 2 ਬੱਸਾਂ ਨਜ਼ਰ ਆ ਰਹੀਆਂ ਨੇ। ਇਹਨਾਂ ਦੋਹਾਂ ਬੱਸਾਂ ਦੇ ਵਿੱਚ ਪੰਜਾਬ ਪੁਲਿਸ ਦਾ ਜੋ ਬੰਬ ਸਕੁਐਡ ਹੈ, ਜੋ ਬੰਬ ਨਿਰੋਧਕ ਦਸਤਾ, ਉਸ ਦੇ ਮੈਂਬਰ ਮੌਜੂਦ ਨੇ। ਤਾਂ ਇਹ ਜਿਹੜੀ ਕਾਰਵਾਈ ਕਿਤੇ ਨਾ ਕਿਤੇ ਇਲੈਕਸ਼ਨਾਂ ਤੋਂ, ਚੋਣਾਂ ਤੋਂ ਠੀਕ ਪਹਿਲਾਂ ਸਾਹਮਣੇ ਆਉਣਾ, ਉਹ ਇੱਕ ਚਿੰਤਾ ਜ਼ਰੂਰ ਵਧਾਉਂਦੀ ਹੈ। ਇਸ ਵੇਲੇ ਤੁਸੀਂ ਦੇਖੋ ਜਿਹੜੇ ਇੱਥੇ AIG ਮੌਕੇ ਤੇ ਮੌਜੂਦ ਨੇ, ਉਹਨਾਂ ਦੀ ਜਿਹੜੀ ਗੱਡੀ ਹੈ ਉਹ ਹੁਣ ਉਸ ਥਾਂ ਵਾਲੇ ਪਾਸੇ ਬੈਕ ਕਰਕੇ ਲਿਜਾਈ ਜਾ ਰਹੀ ਹੈ। ਤਾਂ ਅਸੀਂ ਇਸ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੁਲਿਸ ਦੀ ਕਾਰਵਾਈ ਜਿਹੜੀ ਹੈ ਉਹ ਹੁਣ ਮੁਕੰਮਲ ਹੋਣ ਵਾਲੇ ਪਾਸੇ ਨੂੰ ਤੁਰ ਰਹੀ ਹੈ। ਤਾਂ ਜਿੱਦਾਂ ਹੀ ਇਹ ਬੱਸਾਂ ਜਾਂ ਇਹ ਗੱਡੀਆਂ ਇੱਥੋਂ ਰਵਾਨਾ ਹੋਣਗੀਆਂ ਤਾਂ ਜਿਹੜੇ ਅਧਿਕਾਰੀ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇਸ ਵੇਲੇ ਬਿਲਕੁਲ ਖੇਤਾਂ ਦੇ ਜੋ ਹੈ ਦਰਮਿਆਨ ਮੌਜੂਦ ਹਾਂ ਔਰ ਖੇਤਾਂ ਦੇ ਬਿਲਕੁਲ ਨਾਲ ਲੱਗਦੇ ਹੀ ਇਲਾਕੇ ਦੇ ਵਿੱਚ ਇਹ ਬਰਾਮਦਗੀ ਹੋਈ ਹੈ। ਤਾਂ ਹਲਚਲ ਤੇਜ਼ ਹੋ ਚੁੱਕੀ ਹੈ। ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਗੱਡੀਆਂ ਹੁਣ ਉਸ ਥਾਂ ਵਾਲੇ ਪਾਸੇ ਜਾ ਰਹੀਆਂ ਨੇ। ਤਾਂ ਅਸੀਂ ਵੀ ਜੋ ਹੈ ਉਹ ਅਧਿਕਾਰੀ ਦੇ ਨਾਲ ਗੱਲਬਾਤ ਕਰਕੇ ਆਪਣੇ ਦਰਸ਼ਕਾਂ ਤੱਕ ਜਿਹੜੀ ਸਹੀ ਜਾਣਕਾਰੀ ਹੈ ਕਿ ਆਖਿਰਕਾਰ ਕੀ ਸਮੱਗਰੀ ਸੀ, ਕਿੰਨੀ ਸਮੱਗਰੀ ਸੀ ਔਰ ਕਿੰਨੀ ਖਤਰਨਾਕ ਸਮੱਗਰੀ ਸੀ ਜਿਹੜੀ ਕਿ ਬਰਾਮਦ ਕੀਤੀ ਗਈ ਹੈ। ਤਾਂ ਕੁਝ ਹੀ ਦੇਰ ਦੇ ਬਾਅਦ ਜਿਹੜੇ ਅਧਿਕਾਰੀ ਨੇ ਉਹ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਵੀ ਕਰ ਸਕਦੇ ਨੇ, ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਨੇ। ਫਿਲਹਾਲ ਮੀਡੀਆ ਦੇ ਕਰਮਚਾਰੀਆਂ ਨੂੰ ਇੱਥੇ ਰੁਕਣ ਦੇ ਲਈ ਕਿਹਾ ਜਾ ਰਿਹਾ ਹੈ ਔਰ ਇੱਥੋਂ ਤੁਸੀਂ ਦੇਖੋ, ਜੇਕਰ ਅਸੀਂ ਤਸਵੀਰ ਦੇ ਰਾਹੀਂ ਸਮਝਾ ਸਕੀਏ ਤਾਂ ਜਿਹੜੀਆਂ ਬੱਸਾਂ 2 ਨਜ਼ਰ ਆ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਔਰ ਠੀਕ ਉਸ ਦੇ ਅੱਗੇ ਜੋ ਬੰਬ ਸਕੁਐਡ ਹੈ ਪੰਜਾਬ ਪੁਲਿਸ ਦਾ, ਉਸ ਦੀ ਜਿਹੜੀ ਟੀਮ ਦੇ ਮੈਂਬਰ ਨੇ ਉਹ ਨਜ਼ਰ ਆ ਰਹੇ ਨੇ। ਔਰ ਸਵੇਰੇ ਕਿਉਂਕਿ ਬਹੁਤ ਜ਼ਿਆਦਾ ਧੁੰਦ ਸੀ, ਜਦੋਂ ਤੋਂ ਲਗਾਤਾਰ ਇਹ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕੀਤੀ ਗਈ ਸੀ, ਤਾਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਕੁਝ ਟਿਫਨ ਨੁਮਾ ਅਸੀਂ ਕਹਿ ਸਕਦੇ, ਕੁਝ 2 ਡੱਬੇ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਇਹ ਵਿਸਫੋਟਕ ਸੀ। ਤਾਂ ਕੀ ਪੁਲਿਸ ਦੇ ਕੋਲ ਇਨਪੁਟ ਸੀ, ਕਿਸ ਤਰ੍ਹਾਂ ਇਸ ਬਾਰੇ ਜਾਣਕਾਰੀ ਮਿਲੀ ਔਰ ਇਹ ਜੋ ਵੀ ਸਮੱਗਰੀ ਹੈ ਇਹ ਕਿੰਨੀ ਕੁ ਘਾਤਕ ਸੀ, ਕਿੰਨੀ ਖਤਰਨਾਕ ਸੀ ਔਰ ਇਸ ਦਾ ਇਸਤੇਮਾਲ ਕਿੱਥੇ ਕੀਤਾ ਜਾ ਸਕਦਾ। ਰਾਜੀਵ ਇੱਕ ਚੀਜ਼ ਸਮਝ ਨਹੀਂ ਚਾਹੁੰਦੇ ਤੁਹਾਡੇ ਤੋਂ, ਤੁਸੀਂ ਤਸਵੀਰਾਂ ਦਿਖਾਉਂਦੇ ਰਹਿਣਾ। ਜੀ ਲਾਜ਼ਮੀ ਤੌਰ ਤੇ ਪੰਜਾਬ ਦੇ ਇਲੈਕਸ਼ਨਸ ਨੇ, ਇਸ ਕਰਕੇ ਚਿੰਤਾ ਹੋਰ ਵੀ ਵੱਧਦੀ ਹੈ ਕਿ ਵਾਕਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ। ਰਾਜੀਵ ਇੱਕ ਚੀਜ਼ ਜ਼ਰੂਰ ਸਮਝਣਾ ਚਾਹੁੰਦੇ ਆ, ਤਸਵੀਰਾਂ ਤੁਸੀਂ ਜ਼ਰੂਰ ਦਿਖਾਉਂਦੇ ਰਹਿਣਾ। ਦਰਅਸਲ ਖੇਤਾਂ ਦੇ ਵਿੱਚ ਪਿਆ ਟਿਫਨ ਬੰਬ, ਆਖਿਰ ਇਸ ਦੇ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਹੈ? ਕਿਉਂਕਿ ਜੋ ਤਸਵੀਰਾਂ ਤੁਸੀਂ ਦਿਖਾ ਰਹੇ ਹੋ ਦੂਰ ਦੂਰ ਤੱਕ ਕੋਈ ਆਬਾਦੀ ਨਜ਼ਰ ਨਹੀਂ ਆਉਂਦੀ। ਦੂਜੀ ਗੱਲ, ਇਹ ਕੋਈ ਅਜਿਹੀ ਰੋਡ ਨਹੀਂ ਜਿੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਹੋਵੇ। ਤਾਂ ਫਿਰ ਇਸ ਦੇ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ? ਕਿ ਇੱਥੋਂ ਕੋਈ ਪਾਸ ਕੀਤਾ ਜਾਣਾ ਸੀ ਇੱਕ ਸ਼ਖਸ ਤੋਂ ਦੂਜੇ ਸ਼ਖਸ ਦੇ ਵੱਲੋਂ, ਕਿ ਉੱਥੇ ਰੱਖ ਦਿੱਤਾ ਗਿਆ ਤੇ ਉੱਥੋਂ ਦੂਜਾ ਸ਼ਖਸ ਆਪਣੇ ਆਪ ਚੁੱਕ ਕੇ ਲੈ ਜਾਏਗਾ। ਜੇ ਕੋਈ ਜਾਣਕਾਰੀ ਹੋਵੇ ਕਿ ਪੁਲਿਸ ਕੀ ਕਹਿ ਰਹੀ ਹੈ, ਕਿਉਂਕਿ ਲੋਕ ਸਮਝਣਾ ਚਾਹੁੰਦੇ ਨੇ ਕਿ ਖੇਤਾਂ ਦੇ ਵਿੱਚ ਪਿਆ ਬੰਬ, ਆਖਿਰ ਅਜਿਹੀ ਕੋਈ ਰਣਨੀਤੀ ਕਿਉਂ ਘੜੇਗਾ? ਜੀ ਬਿਲਕੁਲ ਗੌਰਵ, ਤੁਸੀਂ ਜੋ ਸਵਾਲ ਕੀਤਾ, ਜੇਕਰ ਅਸੀਂ ਕੁਝ ਮਹੀਨੇ ਪਿੱਛੇ ਜੋ ਸਮੱਗਰੀ ਇੱਥੋਂ ਬਰਾਮਦ ਹੋਈ ਸੀ ਔਰ ਉਸ ਵੇਲੇ ਦੇ ਜਿਹੜੇ DGP ਦਿਨਕਰ ਗੁਪਤਾ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਉਸ ਵੇਲੇ ਵੀ ਇਸ ਤਰੀਕੇ ਦੀ ਹੀ ਸਮੱਗਰੀ ਜੋ ਹੈ ਸਰਹੱਦੀ ਪਿੰਡ ਦੇ ਵਿੱਚੋਂ ਬਰਾਮਦ ਹੋਈ ਸੀ। ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਇਲਾਕਾ ਨਾ ਤਾਂ ਇੱਥੇ ਜ਼ਿਆਦਾ ਕੋਈ ਅਸੀਂ ਕਹਿ ਸਕਦੇ ਕਿ ਰਿਹਾਇਸ਼ੀ ਇਲਾਕਾ ਹੈ, ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਰਹੱਦੀ ਖੇਤਰ ਹੈ। ਤਾਂ ਜੇਕਰ ਇਸ ਥਾਂ ਤੋਂ ਅਜਿਹੀ ਸਮੱਗਰੀ ਬਰਾਮਦ ਹੁੰਦੀ ਹੈ ਤਾਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਬਣਦਾ ਕਿ ਆਖਿਰਕਾਰ ਇੱਥੇ ਹੀ ਕਿਉਂ ਇਸ ਸਮੱਗਰੀ ਨੂੰ ਰੱਖਿਆ ਗਿਆ, ਕਿ ਇੱਥੋਂ ਕਿਸੇ ਨੇ ਇਸ ਨੂੰ ਅੱਗੇ ਲੈ ਕੇ ਜਾਣਾ ਸੀ ਔਰ ਜੇਕਰ ਅੱਗੇ ਲੈ ਕੇ ਜਾਣਾ ਸੀ ਤਾਂ ਇਸ ਦਾ ਇਸਤੇਮਾਲ ਕਿੱਥੇ ਕੀਤਾ ਜਾਣਾ ਸੀ। ਕਿਉਂਕਿ ਕੁਝ ਦਿਨ ਪਹਿਲਾਂ ਜੋ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਦੇ ਵਿੱਚ ਵੀ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ। ਤਾਂ ਇਸ ਲਈ ਇਹ ਜ਼ਿਆਦਾ ਜਿਹੜੀ ਅਸੀਂ ਕਹਿ ਸਕਦੇ ਕਿ ਚਿੰਤਾ ਵਾਲੀ ਗੱਲ ਹੈ ਕਿ ਸਰਹੱਦੀ ਖੇਤਰ ਔਰ ਬਿਲਕੁਲ ਅਸੀਂ ਕਹਿ ਸਕਦੇ ਕਿ ਜੋ ਕੰਡਿਆਲੀ ਤਾਰ ਹੈ ਉਸ ਤੋਂ ਕਰੀਬ 1 ਕਿਲੋਮੀਟਰ ਦੂਰ ਖੇਤਾਂ ਦੇ ਵਿੱਚੋਂ ਐਸੀ ਸਮੱਗਰੀ ਦਾ ਬਰਾਮਦ ਹੋਣਾ। ਤਾਂ ਪੁਲਿਸ ਜੋ ਹੈ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਇਸ ਵੇਲੇ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਬੰਬ ਸਕੁਐਡ ਹੈ, ਉਸ ਤੋਂ ਇਲਾਵਾ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਮੌਕੇ ਤੇ ਮੌਜੂਦ ਨੇ ਔਰ ਪੂਰੀ ਇੱਕ ਜਿਹੜੀ ਇੱਥੇ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਬਕਾਇਦਾ ਅਸੀਂ ਕਹਿ ਸਕਦੇ ਕਿ ਹਰ ਇੱਕ ਪਹਿਲੂ ਤੋਂ ਜਾਂਚ ਕਰਨ ਦੇ ਨਾਲ ਨਾਲ ਹੋਰ ਵੀ ਜਿਹੜੇ ਪਹਿਲੂ ਨੇ ਉਹਨਾਂ ਨੂੰ ਵੀ ਗੰਭੀਰਤਾ ਦੇ ਨਾਲ ਵਾਚਿਆ ਜਾ ਰਿਹਾ। ਤਾਂ ਜਿੱਦਾਂ ਹੀ ਇਹ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਮੁਕੰਮਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਅਧਿਕਾਰੀ ਇੱਥੋਂ ਵਾਪਸ ਆਉਣਗੇ, ਜਿੱਥੇ ਅਸੀਂ ਇਸ ਵੇਲੇ ਮੀਡੀਆ ਕਰਮੀ ਮੌਜੂਦ ਨੇ, ਤਾਂ ਇੱਥੋਂ ਹੀ ਅੰਮ੍ਰਿਤਸਰ ਵਾਲੇ ਪਾਸੇ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ
ਤਾਂ ਇੱਥੇ ਤੁਸੀਂ ਦੇਖੋ ਕਿ ਕੁਝ BSF ਦੇ ਵੀ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਨੇ, ਕਿਉਂਕਿ ਇਹ ਜਿਹੜਾ ਅਧਿਕਾਰ ਖੇਤਰ ਹੈ ਜ਼ਿਆਦਾਤਰ ਜਿਹੜੀ ਜ਼ਿੰਮੇਵਾਰੀ ਉਹ BSF ਦੀ ਬਣਦੀ ਹੈ, ਕਿਉਂਕਿ ਸਰਹੱਦੀ ਖੇਤਰ ਹੈ ਔਰ ਜੋ ਫੈਂਸਿੰਗ ਹੈ ਉਸ ਦੇ ਬਿਲਕੁਲ ਨਾਲ ਲੱਗਦਾ ਇਹ ਇਲਾਕਾ। ਤਾਂ ਕਈ ਤਰ੍ਹਾਂ ਦੇ ਸਵਾਲ, ਕਿਉਂਕਿ ਪਹਿਲਾਂ ਵੀ ਇਹ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਡਰੋਨ ਦੇ ਰਾਹੀਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ, ਤਾਂ ਇਸ ਕਾਰਵਾਈ ਦੇ ਵਿੱਚ ਵੀ ਕਿਸੇ ਡਰੋਨ ਦਾ ਇਸਤੇਮਾਲ ਹੋਇਆ ਹੈ। ਜੇਕਰ ਇਸ ਡਰੋਨ ਦਾ ਇਸਤੇਮਾਲ ਨਹੀਂ ਹੋਇਆ ਤਾਂ ਜੇਕਰ ਇਹ ਪਾਕਿਸਤਾਨ ਤੋਂ ਆਈ ਹੋਈ ਸਮੱਗਰੀ ਹੈ ਤੇ ਆਖਿਰਕਾਰ ਭਾਰਤ ਦੇ ਹਿੱਸੇ ਜੋ ਹੈ ਅੰਦਰ ਆ ਕੇ ਔਰ ਸਰਹੱਦ ਤੋਂ ਕਰੀਬ ਕਿਲੋਮੀਟਰ ਅੰਦਰ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਇਹ ਪਹੁੰਚੀ, ਤਾਂ ਬਹੁਤ ਸਾਰੇ ਜਿਹੜੀ ਅਸੀਂ ਕਹਿ ਸਕਦੇ ਕਿ ਜਾਂਚ ਦਾ, ਵੱਡੀ ਜਾਂਚ ਦਾ ਇਹ ਵਿਸ਼ਾ ਹੈ। ਪਰ ਜਦੋਂ ਤੱਕ ਅਧਿਕਾਰਕ ਤੌਰ ਤੇ ਇਸ ਦੀ ਜਾਣਕਾਰੀ ਨਹੀਂ ਸਾਂਝੀ ਕੀਤੀ ਜਾਂਦੀ ਉਦੋਂ ਤੱਕ ਅਸੀਂ ਕਹਿ ਸਕਦੇ ਕਿ ਕੁਝ ਵੀ ਕਹਿਣਾ ਉਹ ਜਲਦਬਾਜ਼ੀ ਹੋਏਗੀ। ਇਸ ਵੇਲੇ ਤੁਸੀਂ ਦੇਖੋ ਕਿ ਜਿੱਥੇ ਪੁਲਿਸ ਦੇ ਜਿਹੜੇ ਮੁਲਾਜ਼ਮ ਨਜ਼ਰ ਆ ਰਹੇ ਨੇ ਜਾਂ ਜਿਹੜਾ ਬੰਬ ਸਕੁਐਡ ਟੀਮ ਹੈ, ਤਾਂ ਸੜਕ ਦੇ ਉੱਪਰ ਕੋਈ ਚੀਜ਼ ਜਿਹੜੀ ਪਈ ਨਜ਼ਰ ਜ਼ਰੂਰ ਆ ਰਹੀ ਹੈ, ਤਾਂ ਹੋ ਸਕਦਾ ਕਿ ਇਸ ਦੇ ਵਿੱਚ ਹੀ ਉਸ ਵਿਸਫੋਟਕ ਸਮੱਗਰੀ ਜਿਹੜੀ ਹੈ ਉਸ ਨੂੰ ਰੱਖਿਆ ਗਿਆ ਹੋਵੇ। ਤਾਂ ਕੁਝ ਦੇਰ ਪਹਿਲਾਂ ਜਿਹੜੀ ਬੰਬ ਨਿਰੋਧਕ ਦਸਤਾ ਹੈ ਪੰਜਾਬ ਪੁਲਿਸ ਦਾ, ਉਹ ਬਿਲਕੁਲ ਖੇਤਾਂ ਦੇ ਅੰਦਰ ਜਾ ਕੇ ਉਹਨਾਂ ਵੱਲੋਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ ਹੁਣ ਬਕਾਇਦਾ ਲੈਬ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਫੋਰੈਂਸਿਕ ਜਾਂਚ ਹੈ ਉਹ ਵੀ ਕੀਤੀ ਜਾਏਗੀ। ਪਰ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਆਖਿਰਕਾਰ ਜੋ ਸਵੇਰ ਤੋਂ ਪੁਲਿਸ ਵੱਲੋਂ ਇੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ, ਉਸ ਦੌਰਾਨ ਕੀ ਇੱਥੋਂ ਜਿਹੜੀ ਹੈ ਸਮੱਗਰੀ ਬਰਾਮਦ ਹੋਈ, ਔਰ ਉਸ ਤੋਂ ਅਗਲਾ ਜਿਹੜਾ ਹਰ ਕਿਸੇ ਦਾ ਸਵਾਲ ਹੋਏਗਾ, ਹਰ ਪੰਜਾਬੀ ਦਾ, ਹਰ ਇੱਕ ਭਾਰਤੀ ਦਾ, ਕਿ ਆਖਿਰਕਾਰ ਜੀ। ਤਾਂ ਬਿਲਕੁਲ ਠੀਕ ਹੈ, ਧੰਨਵਾਦ ਰਾਜੀਵ ਇਸ ਜਾਣਕਾਰੀ ਦੇ ਲਈ। ਤਾਂ ਅੰਮ੍ਰਿਤਸਰ ਤੋਂ ਅਸੀਂ ਲਗਾਤਾਰ ਤਸਵੀਰਾਂ ਦਿਖਾਈਆਂ ਨੇ, ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਵਿਸਫੋਟਕ ਬਰਾਮਦ ਹੋਇਆ, ਸਮੱਗਰੀ ਬਰਾਮਦ ਹੋਈ ਹੈ। ਔਰ ਚੋਣਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਚੋਣਾਂ ਪੰਜਾਬ ਦੇ ਨਾਲ ਯੂਪੀ 'ਚ ਵੀ ਨੇ, ਤੇ ਹਰ ਸਟੇਟ ਦੇ ਵਿੱਚ ਹਰ ਜਗ੍ਹਾ ਤੇ ਇਹੀ ਖਤਰਾ ਹੁੰਦਾ ਹੈ ਕਿ ਕੀ ਉੱਥੋਂ ਦਾ ਮਾਹੌਲ ਖਰਾਬ ਕਰਨ ਦੇ ਲਈ ਇਹੋ ਜਿਹੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇੱਕ ਵੱਡੀ ਖਬਰ ਟੀਵੀ ਸਕਰੀਨ ਤੇ ਆ ਰਹੀ ਹੈ यूपी तो, यूपी ਦੇ गाजीपुर इलाके तो एक ਅਸੀਂ ਵੱਡੀ ਖਬਰ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ। जी बिल्कुल, ਉਹ ਕਿਹਾ ਜਾਂਦਾ ਇੱਕ ਕਹਾਵਤ ਹੈ ਕਿ ਤਣਾਵ ਹੈ ਕਿਆ ਹੁਆ ਚੁਣਾਵ ਹੈ, ਤਾਂ ਉਹੀ ਚੀਜ਼ਾਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰਾਖੰਡ 'ਚ, ਮਣੀਪੁਰ 'ਚ, ਗੋਆ ਦੇ ਵਿੱਚ, 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ। ਤੇ ਇਸ ਸਮੇਂ ਅਸੀਂ ਗਾਜ਼ੀਪੁਰ ਤੋਂ ਤੁਹਾਨੂੰ ਖਬਰ ਦੱਸ ਰਹੇ ਹਾਂ। ਗਾਜ਼ੀਪੁਰ ਦੇ ਵਿੱਚ IED ਬਰਾਮਦ ਕੀਤਾ ਗਿਆ ਹੈ ਤੇ ਉੱਥੇ ਦਿੱਲੀ ਦੀ ਗਾਜ਼ੀਪੁਰ ਮੰਡੀ ਦੇ ਵਿੱਚ ਬਰਾਮਦਗੀ ਹੋਈ ਹੈ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਉੱਥੇ ਬੰਬ ਡਿਫਿਊਜ਼ਲ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਕੁਝ ਹੀ ਪਲਾਂ ਦੇ ਵਿੱਚ ਜਿਹੜੇ ਉੱਥੇ ਦੀਆਂ ਤਸਵੀਰਾਂ ਨੇ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਣਗੀਆਂ। ਯੂਪੀ ਦੇ ਗਾਜ਼ੀਪੁਰ ਦੇ ਵਿੱਚ IED ਬਰਾਮਦ ਕੀਤਾ ਗਿਆ ਹੈ। ਲਵਾਰਿਸ ਬੈਗ ਦੇ ਵਿੱਚੋਂ IED ਬਰਾਮਦ ਹੋਇਆ ਤੇ ਉਸ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼, ਜਾਂ ਬੰਬ ਨਿਰੋਧਕ ਦਸਤੇ ਨੇ IED ਡਿਫਿਊਜ਼ ਕਰ ਦਿੱਤਾ ਹੈ। ਇਸ ਸਮੇਂ ਸਾਨੂੰ ਜਾਣਕਾਰੀ ਮਿਲ ਰਹੀ ਹੈ। ਤਾਂ ਵੱਡੀ ਖਬਰ ਹੈ, ਟੋਏ ਦੇ ਵਿੱਚ ਦਬਾ ਕੇ IED ਨੂੰ ਡਿਫਿਊਜ਼ ਕੀਤਾ ਗਿਆ। ਕੁਝ ਹੀ ਪਲਾਂ ਦੇ ਵਿੱਚ ਸਕਰੀਨ ਦੇ ਉੱਤੇ ਤੁਹਾਡੇ ਤਸਵੀਰਾਂ ਵੀ, ਜੀ ਬਿਲਕੁਲ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਡਿਫਿਊਜ਼ ਕੀਤਾ ਗਿਆ ਹੈ, ਕਿਉਂਕਿ ਸਮੇਂ ਦੇ ਉੱਤੇ ਹੀ ਇਹ ਸਾਫ਼ ਹੋ ਗਿਆ ਸੀ ਕਿ IED ਬਰਾਮਦ ਹੋਇਆ। ਤੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਮੈਂ ਕੋਸ਼ਿਸ਼ ਕਰਾਂਗਾ, ਟੀਮ ਨੂੰ ਕਵਾਂਗਾ ਕਿ ਜਿਹੜੀ ਤਸਵੀਰਾਂ ਨੇ ਪੂਰੀ ਸਕਰੀਨ ਦੇ ਉੱਤੇ ਅਸੀਂ ਦਿਖਾ ਸਕੀਏ ਆਪਣੇ ਦਰਸ਼ਕਾਂ ਨੂੰ, ਕਿਉਂਕਿ ਮਿੱਟੀ ਦੇ ਵਿੱਚ ਦਬਾ ਕੇ ਉਸ ਨੂੰ ਡਿਫਿਊਜ਼ ਕੀਤਾ ਗਿਆ ਤੇ ਉਹ ਇਸ ਤਰੀਕੇ ਨਾਲ ਉੱਥੇ ਬਲਾਸਟ ਹੁੰਦਾ ਹੋਇਆ ਵੀ ਨਜ਼ਰ ਆਇਆ ਹੈ। ਸੋ ਦਿੱਲੀ ਦਾ ਇਲਾਕਾ ਹੈ ਗਾਜ਼ੀਪੁਰ, ਬਿਲਕੁਲ यूपी ਬਾਰਡਰ ਹੈ, यूपी ਬਾਰਡਰ ਇਸ ਨੂੰ ਕਹਿ ਸਕਦੇ ਹਾਂ। ਗਾਜ਼ੀਪੁਰ ਇਲਾਕਾ ਹੈ, ਉੱਥੇ ਇੱਕ ਬੈਗ ਮਿਲਿਆ ਸੀ। PCR ਨੂੰ ਕਿਸੇ ਨੇ ਕਾਲ ਕੀਤੀ ਕਿ ਇੱਥੇ ਇੱਕ ਲਵਾਰਿਸ ਬੈਗ ਪਿਆ ਹੈ। ਜਦੋਂ PCR ਉੱਥੇ ਪਹੁੰਚੀ, ਬੰਬ ਨਿਰੋਧਕ ਦਸਤਾ ਪਹੁੰਚਿਆ, ਤਾਂ ਉਸ ਦੇ ਵਿੱਚੋਂ IED ਜਿਸ ਨੂੰ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਕਿਹਾ ਜਾਂਦਾ ਹੈ, ਯਾਨੀ ਇਹ ਇੱਕ ਮੈਨ ਮੇਡ ਜਾਂ ਕਹੀਏ ਪੰਜਾਬੀ ਦੇ ਵਿੱਚ ਕਿ ਇੱਕ ਦੇਸੀ ਬੰਬ ਹੁੰਦਾ ਹੈ, ਘਰੇ ਤਿਆਰ ਕੀਤਾ ਗਿਆ, ਜੋ ਇੱਕ ਫੌਜ ਤੋਂ ਇਲਾਵਾ ਜਦੋਂ ਕੋਈ ਬੰਦਾ ਕਿਸੇ ਐਸੀ ਐਕਸਪਲੋਸਿਵ ਡਿਵਾਈਸ ਨੂੰ ਤਿਆਰ ਕਰਦਾ ਤਾਂ ਉਸ ਨੂੰ IED ਕਿਹਾ ਜਾਂਦਾ ਹੈ। IED ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ, ਦੇਸੀ ਤਰੀਕੇ ਨਾਲ ਤਿਆਰ ਕੀਤਾ ਗਿਆ ਬੰਬ। ਸੋ ਗਾਜ਼ੀਪੁਰ ਇਲਾਕਾ ਹੈ ਜਿੱਥੋਂ ਇਹ ਬਰਾਮਦ ਹੋਇਆ, ਦਿੱਲੀ ਤੇ UP ਦਾ ਬਾਰਡਰ ਬਿਲਕੁਲ। ਉਸ ਤੋਂ ਬਾਅਦ UP ਸ਼ੁਰੂ ਹੋ ਜਾਂਦਾ ਹੈ। ਗਾਜ਼ੀਪੁਰ ਇਲਾਕੇ ਦੇ ਵਿੱਚ ਇਹ ਜਿਹੜਾ ਬਰਾਮਦਗੀ ਹੋਈ ਹੈ ਔਰ ਟੀਮਾਂ ਕੋਸ਼ਿਸ਼ ਕਰ ਰਹੀਆਂ ਨੇ ਇਸ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ ਗਾਜ਼ੀਪੁਰ ਦੇ ਵਿੱਚ ਵੀ। ਇਹ ਗਾਜ਼ੀਪੁਰ ਮੰਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਜੋ ਜਾਣਕਾਰੀ ਮਿਲ ਰਹੀ ਹੈ ਕਿ ਉੱਥੋਂ ਬਰਾਮਦ ਕੀਤਾ ਗਿਆ ਇੱਕ ਬੈਗ ਦੇ ਵਿੱਚ IED, ਉਸ ਤੋਂ ਬਾਅਦ ਮਿੱਟੀ ਦੇ ਵਿੱਚ ਦਬ ਕੇ ਇਸ ਨੂੰ ਡਿਫਿਊਜ਼ ਕੀਤਾ ਗਿਆ, ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ। ਹੋਰ ਅਪਡੇਟ ਲਵਾਂਗੇ, ਸਿੱਧਾ रुख करते हैं दिल्ली तो साढ़े सहयोगी इस समय शंकर आनंद साढ़े नाल जुड़ रहे हैं। शंकर, जानना चाहेंगे क्या कुछ आपके पास जानकारी, तफसील से बताइए कि कब ये बरामदगी हुई, कब इसके बारे में पता लगा और किस तरह से डिफ्यूज इसको किया गया है।
तकरीबन 10:30 बजे पीसीआर कॉल हुई थी, जिसमें कि बताया गया था कि यहाँ पर कुछ विस्फोटक जैसे नमूने जो है बाकायदा देखे गए हैं। उसके बाद मौके पर इस मामले की जानकारी जब स्पेशल सेल को दी गई है, स्पेशल सेल जो दिल्ली पुलिस की है वो विशेष तौर पे यहाँ पे पहुंची। इसके बाद स्थानीय पुलिस भी पहुंची और इसके साथ ही इस मामले की जानकारी एनएसजी को भी दिया गया, क्योंकि यहाँ पर विस्फोटक जैसी सामग्री मिलने की जानकारी मिली थी। तो उसके बाद एनएसजी की टीम यहाँ पे मौके पहुंची और उसके बाद उस बम को, जो आईडी जो था, उस आईडी को एनएसजी के जवानों ने उसे निष्क्रिय किया और निष्क्रिय करने के बाद अब एनएसजी की एक टीम जो है यहाँ से रवाना हुई है। लेकिन अभी भी मौके पर स्पेशल सेल की टीम मौके पे मौजूद है, तमाम जो वरिष्ठ अधिकारी हैं पुलिस के वो मौके पे मौजूद हैं, जो इस मौके पे बाकायदा तफ्तीश कर रहे हैं, तमाम नमूनों, तमाम फॉरेंसिक नमूनों को जांचने परखने का प्रयास कर रहे हैं कि किस तरह से यहाँ पर आईडी यहाँ पर प्लांट किया गया था और किस तरह से यहाँ पर प्लांट, जो एक फूल मंडी है, गाजीपुर का जो फूल मंडी है, और यहाँ पर प्लांट करने का मकसद क्या रहा है। तो अब दिल्ली पुलिस की स्पेशल सेल इस केस को रजिस्टर कर चुकी है। अब आगे इस मामले की इन्वेस्टिगेशन में जुटी हुई है कि अगर इस फूल मंडी के बारे में बताया जाए तो ये फूल मंडी काफी भीड़ भाड़ का इलाका है। जो फूल मंडी है, इसके ठीक बगल में फल मंडी और सब्जी मंडी जो है बाकायदा वो भी है। और अगर यहाँ पर ये धमाका होता तो निश्चित तौर से एक बहुत बड़ी तबाही मच सकती थी, लेकिन यहाँ पर आईडी का पहुंचना ही अपने आप में बहुत बड़ी बात है। और अगर इस इलाके की बात करें तो ये गाजीपुर इलाका, जैसा आपने एकदम सही कहा है, ये दिल्ली और उत्तर प्रदेश का बॉर्डर है और इस स्थान पर ही, इससे ठीक थोड़ी पास में ही वो स्थान है जहाँ पर किसान आंदोलन के दौरान पे यहाँ पर काफी किसान जो है यहाँ पे बैठे थे, प्रोटेस्ट कर रहे थे। तो ये वही इलाका है और ठीक पास में ये सब्जी मंडी स्थित है और फूल मंडी है। तो फूल मंडी के अंदर में उस आईडी का मिलना ही अपने आप में बहुत बड़ी बात है और स्पेशल सेल की टीम फिलहाल इस मामले की तफ्तीश में जुड़ गई है। ਧੰਨਵਾਦ ਸ਼ੰਕਰ ਇਸ ਜਾਣਕਾਰੀ ਦੇ ਲਈ। ਤਾਂ ਗਾਜ਼ੀਪੁਰ ਇਲਾਕਾ ਬਾਰਡਰ ਦਾ ਇਲਾਕਾ, ਯੂਪੀ ਬਾਰਡਰ, ਦਿੱਲੀ ਤੇ ਯੂਪੀ ਦਾ ਬਿਲਕੁਲ ਬਾਰਡਰ ਹੈ, ਜਿੱਥੇ ਇਲਾਕਾ ਜਿੱਥੋਂ ਆਈਈਡੀ ਬਰਾਮਦ ਹੋਇਆ ਔਰ ਫਿਰ ਇਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਮਿੱਟੀ ਦੇ ਵਿੱਚ ਦਬਾ ਕੇ। ਕਿਤੇ ਨਾ ਕਿਤੇ ਸਾਜ਼ਿਸ਼ ਤਹਿਲਾਉਣ ਦੀ ਸੀ। ਜਿਵੇਂ ਅਸੀਂ ਪੰਜਾਬ ਦਾ ਜ਼ਿਕਰ ਕਰ ਰਹੇ ਹਾਂ, ਉਵੇਂ ਯੂਪੀ ਦੇ ਵਿੱਚ ਵੀ ਇਲੈਕਸ਼ਨ ਨੇ, ਭੀੜ ਭਾੜ ਵਾਲਾ ਇਲਾਕਾ ਹੈ। ਸੋ ਇਸ ਮੌਕੇ ਤੇ ਇਹੋ ਜਿਹੀਆਂ ਚੀਜ਼ਾਂ ਦਾ ਮਿਲਣਾ, ਇਹੋ ਜਿਹੇ ਵਿਸਫੋਟਕ ਪਦਾਰਥ ਦਾ ਮਿਲਣਾ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੋਣਾਂ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਬਿਲਕੁਲ ਕੋਸ਼ਿਸ਼ ਹੋ ਸਕਦੀ ਹੈ ਔਰ ਖਾਸ ਤੌਰ ਤੇ ਜਗ੍ਹਾ ਕਿਹੜੀ ਚੁਣੀ ਗਈ, ਥਾਂ ਕਿਹੜੀ ਚੁਣੀ ਗਈ। ਗਾਜ਼ੀਪੁਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਫੁੱਲ ਮੰਡੀ, ਗਾਜ਼ੀਪੁਰ ਫੁੱਲ ਮੰਡੀ ਦੇ ਵਿੱਚ ਖੂਬ ਭੀੜ ਰਹਿੰਦੀ ਹੈ। ਦਿੱਲੀ ਦੀਆਂ ਮੰਡੀਆਂ ਕੋਈ ਵੀ ਹੋਣ, ਦਿੱਲੀ ਦੇ ਨਾਲ ਲੱਗਦੀਆਂ ਮੰਡੀਆਂ ਹੋਣ, ਉੱਥੇ ਜ਼ਬਰਦਸਤ ਭੀੜ ਹੁੰਦੀ ਹੈ ਲੋਕਾਂ ਦੀ। ਉੱਥੇ ਪਲਾਂਟ ਕੀਤਾ ਗਿਆ। ਜੇ ਨਾ ਪਤਾ ਲੱਗਦਾ ਔਰ ਰੱਬ ਨਾ ਕਰੇ ਅਜਿਹਾ ਕੋਈ ਵਿਸਫੋਟ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ, ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਸਾਡੀ ਇਹ ਮਹਾਂ ਕਵਰੇਜ ਲਗਾਤਾਰ ਜਾਰੀ ਹੈ। ਪੰਜਾਬ ਦੇ ਸਮੀਕਰਨ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਨਾਲ ਨਾਲ ਕੋਸ਼ਿਸ਼ ਇਹ ਵੀ ਹੈ ਕਿ ਪੰਜਾਬ ਦੀਆਂ ਵੱਡੀਆਂ ਖਬਰਾਂ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਰੁਕ ਰਹੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ, ਵਾਪਸ ਆਵਾਂਗੇ। ਮਹਾਂ ਕਵਰੇਜ ਲਗਾਤਾਰ ਜਾਰੀ ਰਹੇ।